ਯਾਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਕੁਚਰੈ ਸ਼ਾਸਤਰ ਖਾਟ, ਪੇਂਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨੋ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਸਾਹਿਬ ਜੀ। ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਕਾਲ ਏਰੀ ਫਿਰੈ ਬਦਕ ਜਿਉ, ਕਹੋ ਕਵਨ ਬਿਧ ਕੀਜੈ। ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਕਾਲ ਏਰੀ ਫਿਰੈ ਬਦਕ ਜਿਉ, ਕਹੋ ਕਵਨ ਬਿਧ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ। ਕਹੋ ਕੋ ਹੈ ਕਾ ਰਹਾਉ, ਜਬ ਲਗ ਜੋਤ ਕਾਇਆ ਮਹਿ ਵਰਤੈ। ਆਪਾ ਪਸੂ ਨ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ। ਲੋਚਨ ਕਛੂ ਨ ਸੂਝੈ। ਕਹਿਤ ਕਬੀਰ ਸੁਨਹੁ ਰੇ ਪ੍ਰਾਨੀ, ਛੋਡਹੁ ਮਨ ਕੇ ਭਰਮਾ। ਕੇਵਲ ਨਾਮ ਜਪਹੁ ਰੇ ਪ੍ਰਾਨੀ, ਪਰਹੁ ਏਕ ਕੀ ਸਰਨਾ। ਕਹਿਤ ਕਬੀਰ ਸੁਨਹੁ ਰੇ ਪ੍ਰਾਨੀ, ਛੋਡਹੁ ਮਨ ਕੇ ਭਰਮਾ। ਕੇਵਲ ਨਾਮ ਜਪਹੁ ਰੇ ਪ੍ਰਾਨੀ, ਪਰਹੁ ਏਕ ਕੀ ਸਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਪ੍ਰਬੰਧਕਾਂ ਦੇ ਸੁਚੱਜੇ ਪ੍ਰਬੰਧ ਦੁਆਰਾ ਆਪ ਸੰਗਤਾਂ ਨੂੰ ਸਮੇਂ ਸਮੇਂ ਦੇ ਅਨੁਸਾਰ ਬੇਅੰਤ ਗਿਆਨੀ ਸਿੰਘ, ਰਾਗੀ ਸਿੰਘ, ਉਹਨਾਂ ਨੂੰ ਭਾਰਤ 'ਚੋਂ ਅਗਵਾ ਕਰਕੇ ਕੀਰਤਨ ਦੁਆਰਾ, ਕਥਾ ਪ੍ਰਚਾਰ ਦੁਆਰਾ ਸੇਵਾ ਨਿਭਾਉਂਦੇ ਹਨ। ਗੁਰੂ ਮਹਾਰਾਜ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸ਼ਾਮ ਦੇ ਦੀਵਾਨ ਵਿੱਚ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਨਿਤਨੇਮ ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਵਾਇਆ ਹੈ। ਗਿਆਨੀ ਤਰਸੇਮ ਸਿੰਘ ਜੀ ਨੇ ਥੋੜ੍ਹੇ ਮਿੰਟਾਂ ਵਿੱਚ ਬੜੇ ਸੁੰਦਰ ਢੰਗ ਦੇ ਨਾਲ
ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ। ਕੋਈ ਸਮਾਂ ਹੋਰ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੇ ਵਿਚਾਰ ਸ਼ਰਵਣ ਕਰਨੇ ਹਨ। ਸਮੁੱਚੀ ਸਾਧ ਸੰਗਤ ਜੀ ਨੂੰ ਬੇਨਤੀ ਹੈ, ਜਦੋਂ ਤੱਕ ਕਥਾ ਵਿਚਾਰ ਹੋਵੇ ਉਤਨੀ ਦੇਰ ਆਪ ਜੀ ਬੈਠਣ ਦੀ ਕਿਰਪਾਲਤਾ ਕਰਿਓ, ਕਿਉਂਕਿ ਜਦੋਂ ਸੰਗਤ ਚੱਲਦੀ ਹੋਵੇ, ਇੱਕ ਬੈਠ ਗਿਆ, ਦੋ ਤੁਰ ਗਏ, ਦੋ ਬੈਠ ਗਏ, ਇਸ ਤਰ੍ਹਾਂ ਫਿਰ ਸੰਗਤ ਦਾ ਜੋ ਸਮਾਗਮ ਉਹ ਵਧੀਆ ਨਹੀਂ ਬਣਦਾ ਹੈ। ਇਸ ਵਾਸਤੇ ਇਹ ਕਿਰਪਾ ਕਰਿਓ ਕਿ ਸਮਾਂ ਸਫਲ ਬਣਾਉਣ ਲਈ ਧੰਨ ਸ਼੍ਰੀ ਗੁਰੂ ਜੀ ਦੇ ਪਾਵਨ ਵਚਨਾਂ ਨੂੰ ਸਰਵਣ ਕਰਨ ਵਾਸਤੇ ਇਕਾਗਰਤਾ ਬਖਸ਼ਿਸ਼ ਕਰਨੀ ਹੈ। ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਹਾਂਜੀ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਭਗਤਾਂ ਦੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਮਿਲ ਰਿਹਾ ਹੈ। ਇਨਸਾਨ ਨੇ ਸਮੇਂ ਦੀ ਵੰਡ ਕੀਤੀ ਹੈ। 24 ਘੰਟੇ ਹੈ ਔਰ ਸਾਲ ਬਣਾਏ, ਸਦੀਆਂ ਬਣਾਈਆਂ, ਦਿਨ ਵਾਰ, ਘੜੀਆਂ, ਮਹੂਰਤ, ਔਰ ਇਸ ਤਰ੍ਹਾਂ ਕ੍ਰਿਸ਼ਨ ਪੱਖ, ਸ਼ੁਕਲ ਪੱਖ, ਸਾਲ ਦੇ 2 ਹਿੱਸੇ ਕੀਤੇ ਹੈ। ਕਿਉਂਕਿ ਜਦੋਂ ਇਸ ਦਾ ਜਨਮ ਹੋਇਆ, ਮਾਤਾ ਦੇ ਮਨ 'ਚ ਜੰਮਿਆ ਪੂਤ ਭਗਤ ਗੋਬਿੰਦ ਕਾ, ਬੜੀ ਖੁਸ਼ੀ ਹੁੰਦੀ ਹੈ। ਪਰ ਉਸੇ ਵੇਲੇ ਆਪੋ ਆਪਣੇ ਧਰਮ ਸਥਾਨ 'ਤੇ ਧਾਰਮਿਕ ਪੁਰਸ਼ਾਂ ਕੋਲ ਜਾ ਕੇ ਅਰਦਾਸ ਕਰਾਉਂਦੇ, ਪ੍ਰਸ਼ਾਦ ਵੰਡਦੇ ਆ। ਗਿਆਨੀ ਜੀ ਅਰਦਾਸ ਕਰੋ ਬੱਚੇ ਦੀ ਉਮਰ ਲੰਬੀ ਹੋਵੇ। ਬੱਚੇ ਦਾ ਹਲੇ ਜਨਮ ਹੋਇਆ, ਇਹ ਮਨ ਵਿੱਚ ਭੈ ਕਿਉਂ ਪੈਦਾ ਹੋ ਗਿਆ ਕਿ ਐਸੀ ਅਰਦਾਸ ਕਰਾਉਣ ਦੀ ਜ਼ਰੂਰਤ ਸਮਝੀ ਗਈ, ਇਹਦੀ ਉਮਰ ਲੰਬੀ ਹੋਵੇ। ਭਗਤ ਜੀ ਕਹਿੰਦੇ ਆ ਕਿ ਮੋਰ ਮੋਰ ਸੁਤ ਅਦਕ ਲਾਟ ਧਰ, ਵੇਖਤੀ ਜੰਮ ਰਾਓ ਹਸੈ। ਜਦੋਂ ਬੱਚਾ ਜਨਮਦਾ ਹੈ, ਮਾਤਾ ਕਹਿੰਦੀ ਮੇਰਾ ਪੁੱਤਰ, ਮੇਰਾ ਪੁੱਤਰ। ਬੜੇ ਚਾਅ ਲਾਡ ਮਰਾਰ ਹੁੰਦੇ ਹਨ। ਯਮਰਾਜ ਹੱਸ ਰਿਹਾ, ਇਹ ਤਾਂ ਮੇਰੀ ਮੌਤ ਦਾ ਖਾਜਾ। ਜਿਸ ਦਿਨ ਤੋਂ ਜੰਮਿਆ, ਆਪਾਂ ਸਮਝਦੇ ਇਹਦੀ ਉਮਰ ਵੱਧ ਰਹੀ ਹੈ, ਉਸ ਦਿਨ ਤੋਂ ਇਹਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਵਾਸਤੇ ਭਗਤ ਜੀ ਦੱਸ ਰਹੇ ਹੈ, ਪਹਿਲਾਂ ਦਿਨ ਆ ਗਏ, ਪਹਿਰ ਆ ਗਏ, ਘੜੀਆਂ ਆ ਗਈਆਂ, ਔਰ ਦਿਨ 24 ਘੰਟਿਆਂ ਦਾ, ਪਹਿਰ ਜਿਹੜਾ ਹੈ 3 ਘੰਟਿਆਂ ਦਾ, ਘੜੀ 24 ਮਿੰਟ ਦੀ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ। ਇਹਦੀ ਉਮਰ ਘਟ ਰਹੀ ਹੈ। ਸਰੀਰ ਦਿਨੋਂ ਦਿਨ ਨਾਸਤਾ ਨੂੰ ਪ੍ਰਾਪਤ ਹੋ ਰਿਹਾ, ਉਮਰ ਘਟਦੀ ਜਾ ਰਹੀ ਹੈ। ਇਹ ਸੰਕੇਤ ਦੇਣ ਦਾ ਮਤਲਬ ਕੀ ਹੋਇਆ
ਕਿ ਜਿਸ ਵੇਲੇ ਤੂੰ ਸੰਸਾਰ 'ਤੇ ਆਇਆ ਹੈ ਉਸ ਵੇਲੇ ਤੂੰ ਕੁਝ ਪ੍ਰਤੱਗਿਆ ਕਰਕੇ ਆਇਆ ਸੀ। ਮੁਖ ਤਲੇ ਪੈਰ ਉੱਪਰੇ ਬਸੰਦੋ ਕੋਹ ਥੜੇ ਥਾਏ, ਉਹ ਤਣੀ ਕਿਉਂ ਬਸਾਰਿਓ ਉਧਰੈ ਜਿਸ ਦਾ ਨਾਏ। ਉਸ ਵੇਲੇ ਤੂੰ ਮਾਤਾ ਦੇ ਗਰਭ-ਆਸ਼ੇ ਵਿੱਚ ਪੁੱਠਾ ਲਟਕਦਾ ਸੀ ਔਰ ਜੇਰ ਝਿੱਲੀ ਦੇ ਵਿੱਚ ਲਪੇਟਿਆ ਹੋਇਆ ਸੀ। ਨਾੜੂਏ ਰਾਹੀਂ ਤੈਨੂੰ ਖੁਰਾਕ ਜਾ ਰਹੀ ਸੀ। ਮਾਤ ਗਰਮ ਹੈ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਤਾਰਹੁ। ਤਾਰਹੁ ਤਾਰਨ ਹਾਰੇ। ਗ੍ਰੰਥਕਾਰ ਦੱਸਦੇ ਹੈ ਉਸ ਵੇਲੇ ਇਹਨੂੰ 100 ਜਨਮ ਦੀ ਖਬਰ ਸੀ। ਇਸ ਨੇ ਮਹਾਰਾਜ ਦੇ ਨਾਲ ਇਕਰਾਰ ਕੀਤਾ ਕਿ ਮੈਨੂੰ ਸੰਗੀਨ ਕੋਠੀ ਵਿੱਚੋਂ ਕੱਢੋ, ਤੇਰਾ ਸਵਾਸ ਦਾ ਸਿਮਰਨ ਕਰਕੇ ਆਪਣਾ ਅਮੋਲਕ ਜਨਮ ਸਫਲ ਕਰਾਂਗਾ। ਮਾਤਾ ਭੋਜਨ ਖਾਂਦੀ ਸੀ, ਜਠਰਾਗਨੀ ਸਾਰਾ ਭਸਮ ਕਰ ਦਿੰਦੀ ਸੀ। ਇਹਦੀ ਰੱਖਿਆ ਕਿਵੇਂ ਹੋਈ? ਮਾਤ ਗਰਮ ਹੈ ਆਪਨ ਸਿਮਰਨ ਦੇ। ਉਸ ਵੇਲੇ ਉਸਨੇ ਇਹਨੂੰ ਆਪਣਾ ਸਿਮਰਨ ਦਿੱਤਾ ਹੋਇਆ ਸੀ। ਤਹਿ ਤੁਮ ਰਾਖਨ ਹਾਰੇ, ਉਸ ਜਗ੍ਹਾ ਆਪ ਜੀ ਰੱਖਿਆ ਕਰਨ ਵਾਲੇ ਸੀ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰਹੁ ਤਾਰਨ ਹਾਰੇ। ਇਹ ਅਗਨੀ ਦੇ ਸਾਗਰ ਵਿੱਚੋਂ ਅਥਾਹ ਲਹਿਰਾਂ ਤੁਸੀਂ ਤਾਰਨ ਵਾਲੇ। ਇਹ ਸੰਸਾਰ ਸਾਗਰ, ਇਹਦੇ ਅੰਦਰ ਈਰਖਾ ਦੀ ਆਗਿਆ, ਜੀਵਾਂ ਦੀ ਹਿੰਸਾ ਕਰਨ ਦੀ ਆਗਿਆ, ਕ੍ਰੋਧ ਦੀ ਆਗਿਆ, ਲੋਭ ਦੀ ਆਗਿਆ। ਉੱਥੇ ਜਠਰਾਗਨੀ ਤੋਂ ਰੱਖਿਆ ਕੀਤੀ। ਇਹ ਸੰਸਾਰ ਜਿਹੜਾ ਅਗਨੀ ਦਾ ਸਾਗਰ ਹੈ, ਇਹ ਤੋਂ ਵੀ ਰੱਖਿਆ ਕਰਨ ਵਾਲੇ ਤੁਸੀਂ ਹੋ। ਪਰ ਹੋਇਆ ਕਿ ਵਿੱਚੋਂ ਗਰਭ ਨਿਕਲ ਆਇਆ, ਨਾਮ ਵਸਾਰ ਦੁਨੀ ਚਿਤ ਲਾਇਆ, ਲਾਗਤ ਪਵਨ ਖਸਮ ਬਿਸਰਾਇਓ। ਉਹ ਐਸਾ ਮਾਇਆ ਦਾ ਬੁੱਲਾ ਲੱਗਿਆ, ਪਰਮਾਤਮਾ ਨੂੰ ਭੁਲਾ ਦਿੱਤਾ। ਕਿਉਂਕਿ ਮਾਇਆ ਐਸਾ ਕੰਮ ਕਰਦੀ ਹੈ, ਜਿਤ ਮੋਹ ਉਪਜੈ ਭਾਵ ਦੂਜਾ ਲਾਇਆ। ਮੋਹ ਪੈਦਾ ਕਰ ਦਿੰਦੀ, ਦਵੈਸ਼ ਭਾਵ ਲਾ ਦਿੰਦੀ। ਉਹ ਸਾਰਾ ਇਕਰਾਰ ਜਿਹੜਾ ਕੀਤਾ ਉਹ ਭੁੱਲ ਗਿਆ। ਜਿਨ੍ਹਾਂ ਨੂੰ ਤਾਂ ਇਕਰਾਰ ਚੇਤੇ ਰਿਹਾ, ਉਹ ਤਾਂ ਪ੍ਰਹਿਲਾਦ ਵਾਂਗੂ, ਧਰੂਵ ਵਾਂਗੂ, ਸਾਹਿਬਜ਼ਾਦਿਆਂ ਵਾਂਗੂ ਬਚਪਨ ਵਿੱਚ ਹੀ ਸਿਮਰਨ ਵਿੱਚ ਹੀ ਜੁੜੇ ਰਹੇ। ਛੋਟੀ ਉਮਰ 'ਚ ਲੱਗ ਗਿਆ ਨਾ। ਅਤੇ ਜਿਹਨਾਂ ਨੂੰ ਭੁੱਲ ਗਿਆ, ਜੇ ਤਾਂ ਉਹ ਸੰਗਤ ਕਰਦੇ ਰਹੇ, ਫਿਰ ਤਾਂ ਪੁਰਾਣਾ ਜਿਹੜਾ ਸੁਭਾਅ ਸੀ ਉਹ ਜਾਗ ਪਿਆ। ਜੇ ਸੰਗਤ ਛੱਡ ਦਿੱਤੀ, ਫਿਰ ਦੁਨੀਆ ਦੇ ਲਪੇਟੇ ਵਿੱਚ ਆ ਕੇ ਹੋਰ ਪਾਸੇ ਤੁਰ ਗਿਆ ਹੈ। ਮਹਾਰਾਜ ਭਗਤ ਜੀ ਦੀ ਰਚਨਾ ਦੁਆਰਾ
ਸੁਚੇਤ ਕਰਦੇ ਹੈ ਕਿ ਇਹ ਇਨਸਾਨ, ਤੈਨੂੰ ਇਹ ਉਮਰ ਮਿਲੀ ਹੈ, ਦਿਨ ਮਿਲੇ ਹੈ, ਪਹਿਰ ਮਿਲੇ ਹੈ, ਘੜੀਆਂ ਮਿਲੀਆਂ, ਇਸ ਹਿਸਾਬ ਨਾਲ ਤੇਰੀ ਆਪ ਜਿਹੜੀ ਉਮਰ ਉਹ ਛੀਜੈ ਨਾਸ ਹੁੰਦੀ ਜਾ ਰਹੀ ਹੈ। ਤੇਰਾ ਧਿਆਨ ਇੱਧਰ ਸਿਮਰਨ ਵੱਲ ਆਉਂਦਾ ਹੀ ਨਹੀਂ। ਅੱਜ ਕੱਲ੍ਹ ਕਈਆਂ ਨੂੰ ਕਹੀਏ, ਉਹ ਕਹਿਣਗੇ ਬਾਬਾ ਜੀ ਸਾਨੂੰ ਤਾਂ ਮਰਨ ਦਾ ਵੀ ਵਿਹਲ ਨਹੀਂ। ਤੁਸੀਂ ਕਹਿੰਦੇ ਭਜਨ ਕਰਿਆ ਕਰੋ। ਇਸ ਤਰ੍ਹਾਂ ਦੇ ਵੀ ਲੋਕ ਮਿਲਦੇ। ਬਾਕੀ ਐਸੇ ਵੀ ਹੈ ਜਿਨ੍ਹਾਂ ਦੇ ਮਨ ਵਿੱਚ ਬੜੀ ਰੁਚੀ ਹੁੰਦੀ ਹੈ, ਇੱਥੋਂ ਫੋਨ ਉੱਥੇ ਕਰਦੇ ਆ, ਬਾਬਾ ਜੀ ਮੂਲ ਮੰਤਰ ਦਾ ਅਭਿਆਸ ਕਿਵੇਂ ਕਰਨਾ, ਕੀ ਵਿਧੀ ਹੁੰਦੀ ਹੈ, ਕਿਸ ਤਰ੍ਹਾਂ ਜਾਪ ਕਰਨਾ। ਐਸੇ ਵੀ ਹੈਗੇ ਆ, ਕਿਉਂ ਬੀਜਣ ਵਾਸਤੇ ਹੈ ਨਹੀਂ ਨਾ। ਸਿਮਰਨ ਵਾਲੇ ਵੀ ਹੈਗੇ ਆ। ਸੋ ਇਸ ਕਰਕੇ ਮਹਾਰਾਜ ਭਗਤ ਜੀ ਸੁਚੇਤ ਕਰਦੇ ਹਨ, क्योंकि दो आँखों का ये संदेश मिट जाए दुविधा, एक को देख। दो अखां भी कहनियाँ, एक राग दी आख्या, एक दवैश दी आख्या। एक नूं तो मोह प्यार ना देखदा ना, एक नूं ईरखा ना देखदा। कहंदे दोनों मिट जाण, इक्को एक परमात्मा नज़र आउण लग पिया। ਤੇ ਜਿਨ੍ਹਾਂ ਦੀ ਇਹ ਬਿਰਤੀ ਬਣ ਜਾਂਦੀ ਹੈ, ਉਹ ਭਾਈ ਕਨ੍ਹਈਆ ਜੀ ਬਣ ਜਾਂਦੇ। ਕੈਸਾ ਸੁੰਦਰ, ਕੈਸੀ ਅਵਸਥਾ ਬਣ ਜਾਂਦੀ। ਸਾਨੂੰ ਬਚਪਨ 'ਚ ਹੀ ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ, ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਵੇਗਾ ਕਈ ਪ੍ਰੇਮੀਆਂ ਨੇ, ਬਰਿੰਡੇ ਦੇ ਇਲਾਕੇ 'ਚ ਹੋਏ ਆ, ਬਾਗਾਂ ਵਾਲਾ ਵੀ ਕਹਿੰਦੇ। ਘਰ ਹੀ ਰਹੇ, ਖੇਤੀਪਾਤੀ ਕਰਦੇ ਸੀ, ਦਰਗਾਹ ਹੀ ਉਹਨਾਂ 'ਤੇ ਬਖਸ਼ਿਸ਼ ਸੀ। ਅਤੇ ਹਰ ਵੇਲੇ ਉਹ ਆਨੰਦ ਸਰੂਪ ਵਿੱਚ ਹੀ ਵਿਚਰਦੇ ਸੀ। ਦੁੱਖ ਵਾਲੀਆਂ ਬੜੀਆਂ ਸੰਗਤਾਂ ਉਹਨਾਂ ਦੇ ਕੋਲ ਆਉਂਦੀਆਂ ਸੀ। ਵੱਡੇ ਵੱਡੇ ਮਹਾਂਪੁਰਖ ਵੀ ਉਹਨਾਂ ਨੂੰ ਮਿਲਣ ਵਾਸਤੇ ਚਲੇ ਜਾਂਦੇ ਸੀ, ਸੰਗਤ ਵੀ ਜਾਂਦੀ ਸੀ। ਦਾਸ 'ਤੇ ਵੀ ਬੜੀ ਕਿਰਪਾ ਸੀ ਉਹਨਾਂ ਦੀ। ਕਈ ਵਾਰੀ ਮੈਂ ਉਹਨਾਂ ਕੋਲ ਜਾ ਕੇ ਰਹਿ ਪੈਂਦਾ ਸੀ। ਉੱਥੇ ਬੈਲ ਬੰਨੇ ਹੁੰਦੇ ਸੀ, ਉੱਥੇ ਉਹਨਾਂ ਦਾ ਮੰਜਾ ਹੁੰਦਾ ਸੀ, ਸਾਦਾ ਜਿਹਾ ਬਿਸਤਰਾ, ਅਤੇ ਸਾਰੀ ਰਾਤ ਸੁੱਤੇ ਤਾਂ ਦੇਖੇ ਹੀ ਨਾ ਸੀ। ਉੱਥੇ 2-4 ਦਿਨ ਰਿਹਾ ਹੋਣਾ, ਸੰਗਤ ਬੇਅੰਤ ਹੁੰਦੀ ਸੀ। ਇੱਕ ਵਾਰੀ ਮੈਂ ਬੈਠਾ ਰਿਹਾ, ਇਕੱਲੇ ਹੁਣ ਤੇ ਗੱਲ ਕਰੀਏ ਮਹਾਂਪੁਰਸ਼ਾਂ ਨਾਲ। ਸੰਗਤ ਹੌਲੀ ਹੌਲੀ ਚਲੇ ਗਈ, ਅਤੇ ਉਹਨਾਂ ਨੂੰ ਕੋਈ ਭਿੰਨ ਭਾਤ ਹੁੰਦਾ ਹੀ ਨਾ, ਮੇਰੇ ਬਰਾਬਰ ਬਹਿ ਗਿਆ ਜਾਂ ਕੋਈ ਕਿਸ ਤਰ੍ਹਾਂ ਹੈ, ਇਸ ਤਰ੍ਹਾਂ ਦੀ ਉਹਨਾਂ ਦੀ ਕਿਰਿਆ ਸੀ। ਉਹਨੇ ਕੋਲ ਬੁਲਾ ਲਿਆ, ਜਾਣ ਸੀ। ਮੈਂ ਕਿਹਾ ਮਹਾਰਾਜ ਹੁਣ ਇਸ ਲਾਈਨ 'ਚ ਵੀ ਆ ਗਏ, ਕਿਰਪਾ ਕਰ ਦਿਓ। ਉਹਨੇ ਫਿਰ ਸਾਰੇ ਸਰੀਰ 'ਤੇ ਆਪਣਾ ਪਵਿੱਤਰ ਹਸਤ ਕਮਲ ਫੇਰਿਆ। ਕਹਿਣ ਲੱਗੇ ਜਿਹੜਾ ਨਿਸ਼ਕਾਮ ਪੁਰਸ਼ ਹੁੰਦਾ ਨਾ, ਉਹ ਤਾਂ ਰੱਬ ਦੇ ਬੂਹੇ 'ਚ ਹੀ ਰਹਿੰਦਾ। ਗੱਜ ਕੇ ਬੋਲੋ। ਇੱਕ ਬਜ਼ੁਰਗ ਸਾਨੂੰ ਮਿਲੇ ਉਸ ਨਗਰ ਦੇ, ਉਹ ਕਹਿੰਦੇ ਮੈਂ ਬਾਬਾ ਬੀਰਮਦਾਸ ਜੀ ਮਹਾਰਾਜ ਬਧੌਸੀ ਵਾਲੇ, ਜਿਹਨਾਂ ਤੋਂ ਕਾਰ ਸੇਵਾ ਚੱਲੀ ਹੈ, ਉੱਥੇ ਚਲੇ ਗਿਆ। ਮੈਨੂੰ ਕਹਿਣ ਲੱਗੇ ਕਿ ਗੁਰਮੁਖੀ ਪੜ੍ਹ ਲੈਂਦਾ। ਕਹਿੰਦੇ ਮਹਾਰਾਜ ਆਪ ਜੀ ਦੀ ਕਿਰਪਾ। ਕਹਿੰਦੇ ਚੰਗਾ ਫਿਰ ਰੀਲ ਲਿਆਓ, 5 ਗ੍ਰੰਥੀ ਸਾਹਿਬ ਪ੍ਰਕਾਸ਼ ਕਰਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਓ। ਬਾਬਾ ਬੀਰਮਦਾਸ ਜੀ 25 ਸ਼੍ਰੀ ਸੁਖਮਨੀ ਸਾਹਿਬ ਰੋਜ਼ ਕਰਦੇ ਸੀ। ਬੜੀ ਕਮਾਈ ਸੀ, ਉਦਾਸੀ ਮਹਾਂਪੁਰਖ ਸੀ।
ਕਹਿੰਦੇ ਮੈਂ ਪਾਠ ਕਰਨਾ ਸ਼ੁਰੂ ਕਰਤਾ। ਉਹ ਜ਼ਿਆਦਾ ਚਰਨਾਂ ਭਾਰੇ ਬਹਿੰਦੇ ਸੀ। ਫਿਰ ਉਹ ਪੱਬਾਂ ਭਾਰ ਹੋ ਗਏ, ਅੰਗੂਠਿਆਂ ਭਾਰ ਹੋ ਗਏ। ਜਦੋਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਆਈ, ਕਹਿਣ ਲੱਗੇ ਪੋਥੀ ਸਾਹਿਬ ਸੁੱਖ ਆਸਣ ਕਰ ਦਿਓ। ਮੈਂ ਬੇਨਤੀ ਕੀਤੀ ਮਹਾਰਾਜ ਪਾਠ ਸੰਪੂਰਨ ਕਰ ਦਈਏ। ਕਹਿੰਦੇ ਨਹੀਂ, ਹੁਣ ਗੁਰੂ ਅਰਜਨ ਸਾਹਿਬ ਸਾਹਮਣੇ ਆ ਕੇ ਖੜ ਗਿਆ, ਤੇਜ਼ ਨਹੀਂ ਝੱਲਿਆ ਜਾਂਦਾ। ਗੱਜ ਕੇ ਬੋਲੋ। ਦੇਖੋ, ਆਪਾਂ ਪਾਠ ਕਰਦੇ ਹਾਂ, ਸਾਡਾ ਮਨ ਕਿੱਧਰ ਕਿੱਧਰ ਚਲੇ ਜਾਂਦਾ। ਹਰ ਇੱਕ ਨੂੰ ਆਪਣੇ ਮਨ ਬਾਰੇ ਪਤਾ ਹੀ ਹੈ। ਪਰ ਦੇਖੋ, ਜਿਹੜੇ ਗਿਆਨਵਾਨ ਲੋਕ ਅੱਠਵੀਂ ਅਸ਼ਟਪਦੀ ਅਤੇ ਸਾਖਿਆਤ ਅਤੇ ਬਾਬਾ ਗੁਰਮੁਖ ਸਿੰਘ, ਉਹਨਾਂ ਦੇ ਘਰੋਂ ਮਾਤਾ ਜੀ ਨੇ 40 ਦਿਨ 10 ਸੁਖਮਨੀ ਸਾਹਿਬ ਰੋਜ਼ ਕੀਤੇ ਅਤੇ ਮਹਾਰਾਜ ਨੇ ਸਾਖਿਆਤ ਦਰਸ਼ਨ ਬਖਸ਼ ਦਿੱਤੇ ਸੀ। ਹੁਣ ਜੇ ਕਹੀਏ ਇਹ ਕਿਵੇਂ, ਕਈ ਜਗ੍ਹਾ ਦਰਿਆਵਾਂ 'ਤੇ ਪਾਣੀ ਚਾਸ਼ਿਆਂ ਦੇ ਉੱਪਰ ਹੀ ਵਗ ਰਿਹਾ, ਕਈ ਜਗ੍ਹਾ ਬੋਰ ਬੜੇ ਡੂੰਘੇ ਕਰਨੇ ਪੈਂਦੇ। ਹੈ ਤਾਂ ਸਾਰੇ ਆਪੋ ਆਪਣੇ ਜਨਮਾਂ ਦੀ ਕਮਾਈ ਦੇ ਮੁਤਾਬਕ ਹੈ। ਕਈਆਂ ਦਾ ਪਿਛਲਾ ਪੁੰਨ ਪ੍ਰਤਾਪ ਕਮਾਈ ਇੰਨੀ ਹੈ, ਉਹਨਾਂ ਨੂੰ ਤਾਂ ਛੇਤੀ ਸਾਖਿਆਤ ਹੋ ਜਾਂਦਾ। ਕਈਆਂ ਨੂੰ ਫਿਰ ਮਿਹਨਤ ਕਰਨੀ ਪੈਂਦੀ ਹੈ। ਜੇ ਕਹੀਏ ਨਹੀਂ ਹੁੰਦਾ, ਇਹ ਨਹੀਂ ਹੋ ਜਾਂਦਾ ਹੈ, ਕਮਾਈ ਕਰਨੀ ਪੈਂਦੀ ਹੈ। ਇੱਕ ਸੰਤ ਨੇ ਬੜੀ ਤਪੱਸਿਆ ਕੀਤੀ। ਇੱਕ ਅਵਸਥਾ ਆਉਂਦੀ ਬੰਦਾ ਨਾਸਤਕ ਹੋ ਜਾਂਦਾ। ਲਓ ਜੀ, ਅੰਮ੍ਰਿਤ ਛਕਿਆ, ਇੰਨੇ ਸਾਲ ਹੋ ਗਿਆ ਗੁਰਦੁਆਰਿਆਂ ਜਾਂਦੇ ਹਾਂ, ਇੰਨੀ ਬਾਣੀ ਪੜ੍ਹਦੇ ਹਾਂ, ਕੁਛ ਵੀ ਨਹੀਂ ਮਿਲਿਆ। ਇੱਕ ਇਹੋ ਜਿਹੀ ਵੀ ਆਸ ਆ ਜਾਂਦੀ ਹੈ। ਉਹਦਾ ਮਨ ਇਸ ਤਰ੍ਹਾਂ ਦਾ ਹੋ ਗਿਆ, ਇਹ ਰੱਬ ਮਿਲਣਾ ਹੀ ਨਹੀਂ। ਉਹ ਫਿਰ ਇੱਕ ਸੰਤ ਕੋਲ ਹੋਰ ਗਿਆ, ਕਹਿਣ ਲੱਗੇ ਮਹਾਰਾਜ ਆਪ ਕਿਰਪਾ ਕਰੋ। ਉਹ ਕਹਿੰਦੇ ਤੂੰ ਤਾਂ ਹੁਣ ਬਹੁਤ ਨੇੜੇ ਚਲੇ ਗਿਆ, ਪਿਛਲੇ ਜਨਮ ਤੇ ਤੂੰ 100 ਕਤਲ ਹੋਇਆ ਸੀ, 99 ਤੇਰੇ ਮਾਫ ਹੋ ਗਏ, ਇੱਕ ਰਹਿ ਗਿਆ। ਹੁਣ ਤੂੰ ਨਾਸਤਕ ਬਣੀ ਜਾਣਾ, ਅਤੇ ਜਦੋਂ ਬੇੜੀ ਕਿਨਾਰੇ ਨਾ ਲੱਗ ਜਾ ਫਿਰ ਤਾਂ ਛਾਲ ਮਾਰ ਕੇ ਨਿਕਲ ਜਾਈਦਾ ਨਾ। ਅਨੰਦ ਵੇੜਾ ਹੋਂ ਖੇਵ ਨਾ ਸਾਕੋਂ, ਤੇਰਾ ਪਾਰ ਨਾ ਪਾਇਆ ਬੀਠਲਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਬਾਹਾਂ ਦੇ ਬਾਪ ਬੀਠ। ਨਾਸਤਕ ਨਾ ਬਣ, ਤੂੰ ਤਾਂ ਬਹੁਤ ਪਹੁੰਚ ਗਿਆ। ਉਹ ਫਿਰ ਡਟ ਗਿਆ, ਅਤੇ ਜਿਲੇ ਉਹ ਮਾਫੀ ਮਿਲ ਗਈ ਅਤੇ ਮਹਾਰਾਜ ਨੇ ਕਿਰਪਾ ਕਰਤੀ। ਕਈ ਵਾਰੀ ਇਹੋ ਜਿਹੀ ਪ੍ਰੇਮੀ ਮਿਲਦੇ ਆ, ਮਹਾਰਾਜ ਅੰਮ੍ਰਿਤ ਵੀ ਛਕੇ ਆ, ਗੁਰਦੁਆਰੇ ਵੀ ਜਾਂਦੇ ਹਾਂ, ਕਥਾ ਕੀਰਤਨ ਵੀ ਸੁਣਦੇ ਹਾਂ, ਨਿਤਨੇਮ ਵੀ ਕਰਦੇ ਹਾਂ। ਆਹ ਦੂਏ ਲੋਕ ਕਰਦੇ ਕੁਝ ਵੀ ਨਹੀਂ, ਮੌਜਾਂ ਲਈ ਜਾਂਦੇ ਆ, ਸਾਨੂੰ ਇਉਂ। ਹੌਸਲਾ ਨਹੀਂ ਹਾਰਨਾ, ਲੱਗੇ ਰਹਿਣਾ ਹੈ। ਪੀਸਤ ਪੀਸ ਚਾਬਿਆ ਸੋਈ ਨਿਭਿਆ ਸਾਥ, ਜਿਵੇਂ ਉਹ ਮਾਈ ਚੱਕੀ ਪੀਂਦੀ ਸੀ ਨਾ, ਨਾਲ ਦਾਣਿਆਂ ਦਾ ਫੱਕਾ ਵੀ ਮਾਰ ਲੈ। ਆਟਾ ਪੀ ਕੇ ਜਾ ਰਹੀ ਸੀ, ਗਰੀਬ ਮਜ਼ਦੂਰ ਸੀ, ਮੀਂਹ ਪਿਆ, ਤਿਲਕਣ ਹੋਈ ਸੀ, ਡਿੱਗ ਪਈ। ਕਬੀਰ ਸਾਹਿਬ ਨੇ ਦੇਖਿਆ, ਕਬੀਰ ਕੀਚੜ ਆਟਾ ਗਿਰ ਭਰਿਆ, ਉਹ ਚਿੱਕੜ 'ਚ ਆਟਾ ਡਿੱਗ ਪਿਆ। ਕਹਿੰਦੇ ਉਹ ਤਾਂ ਚਲੇ ਗਿਆ, ਪਰ ਜਿਹੜਾ ਪੀਂਦੀ ਪੀਂਦੀ ਨੇ ਚੱਬ ਲਿਆ, ਉਹੀ ਉਸ ਨੂੰ ਮਿਲਿਆ। ਇਸ ਤਰ੍ਹਾਂ ਮਤਲਬ ਹੌਸਲਾ ਨਹੀਂ ਹਾਰਨਾ। ਹਰ ਕਾ ਬਲੋਬਨਾ, ਬਲੋਬਹ ਮੇਰੇ ਭਾਈ, ਸਹਿਜ ਬਲੋਬਹ ਜੈਸੇ ਤਤ ਨ ਜਾਈ। ਲੱਗੇ ਰਹੋ, ਕਰਦਿਆਂ ਕਰਦਿਆਂ ਇੱਕ ਦਿਨ ਉਹ ਦਿਨ ਵੀ ਆ ਜਾਂਦਾ ਜਦੋਂ ਮਹਾਰਾਜ ਕਿਰਪਾ ਕਰਦੇ ਹਨ। ਇਸ ਕਰਕੇ ਮਹਾਰਾਜ ਸਾਨੂੰ ਇਸ਼ਾਰਾ ਦੇ ਰਹੇ ਹੈ, ਭਗਤ ਜੀ ਘਬਰਾਉਣਾ ਨਹੀਂ, ਸਮਾਂ ਬੀਤਦਾ ਜਾ ਰਿਹਾ, ਪਰ ਸਮੇਂ ਨੂੰ ਸਫਲ ਕਰਨ ਵਾਸਤੇ ਇਹ ਸੇਵਾ ਅਤੇ ਸਿਮਰਨ ਦੋ ਪੰਖ ਹੈ। ਸਰੀਰ ਦੀ ਸ਼ੁੱਧੀ ਸੇਵਾ ਨਾਲ ਆ, ਮਨ ਦੀ ਸ਼ੁੱਧੀ ਸਿਮਰਨ ਨਾਲ ਆ, ਬੁੱਧੀ ਦੀ ਪਵਿੱਤਰ ਗਿਆਨ ਵਿਚਾਰ ਦੁਆਰਾ। ਗੱਜ ਕੇ ਬੋਲੋ। ਸੇਵਾ ਦੀ ਵੀ ਲੋੜ ਆ,
ਸਿਮਰਨ ਦੀ ਵੀ ਲੋੜ ਆ ਅਤੇ ਸਤਸੰਗ ਵਿੱਚ ਆ ਕੇ ਗਿਆਨ ਵਿਚਾਰ ਦੀ ਵੀ ਲੋੜ ਆ। ਕਈ ਬੰਦੇ ਸਿਮਰਨ ਕਰਦੇ ਆ, ਸੇਵਾ ਨਹੀਂ ਕਰਦੇ। ਕਈ ਸੇਵਾ ਕਰਦੇ ਆ, ਜਿਵੇਂ ਪੰਛੀ ਦੋ ਪਰਾਂ ਨਾਲ ਉੱਡਦਾ, ਇਕੱਲੇ ਨਾਲ ਨਹੀਂ, ਦੋਹਾਂ ਦੀ ਜ਼ਰੂਰਤ ਹੈ। ਕਈ ਸੰਗਤ ਨਹੀਂ ਕਰਦੇ, ਬੜੇ ਅਭਿਆਸੀ ਦੇਖੇ ਆ, ਉਹ ਵੀ ਐਸੇ ਭਰਮ ਚੱਕਰ 'ਚ ਪੈ ਜਾਂਦੇ ਆ ਕਿ ਸਾਨੂੰ ਮਹਾਰਾਜ ਬਦ ਰੂਹਾਂ ਤੰਗ ਕਰ ਰਹੀਆਂ, ਕਿਉਂਕਿ ਗਿਆਨ ਦੀ ਘਾਟ ਹੈ, ਦ੍ਰਿੜਤਾ ਨਹੀਂ ਆਈ। ਇਸ ਵਾਸਤੇ ਇਹ ਵੀ ਜ਼ਰੂਰਤ ਹੈ, ਹਰ ਚੀਜ਼ ਦਾ ਆਪਣਾ ਸਥਾਨ ਹੈ, ਉਸ ਦੀ ਜ਼ਰੂਰਤ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਭਿੰਡਰਾਂ ਵਾਲੇ ਬੜੇ ਮਹਾਂਪੁਰਖ ਹੋਏ, ਨਾਢਾ ਸਾਹਿਬ ਆਏ ਹੋਏ ਸੀ। ਕੁਝ ਚੋਣਵੇਂ ਸਿੰਘ ਨਾਲ ਲੈ ਕੇ ਫਤਿਹਗੜ੍ਹ ਸਾਹਿਬ ਆਏ, ਸਾਹਿਬਜ਼ਾਦੇ ਦਰਸ਼ਨ ਕੀਤੇ। ਉੱਥੋਂ ਉਹ ਸੰਤ ਨਸਲਪੁਰ ਵਾਲਿਆਂ ਦੇ ਦਰਸ਼ਨ ਵਾਸਤੇ ਆ ਗਏ, ਕਿਸੇ ਨੂੰ ਦੱਸਿਆ ਨਹੀਂ। ਬਾਹਰ ਇੱਕ ਕਿਸਾਨ ਨੂੰ ਕਿਹਾ ਵੀ ਸਾਨੂੰ ਕੋਈ ਬੈਠਣ ਵਾਸਤੇ ਜਗ੍ਹਾ। ਉਹ ਕਹਿੰਦੇ ਮਹਾਰਾਜ ਖੂਹਾਂ 'ਤੇ ਤਾਂ ਟੁੱਟੀ ਜਿਹੀ ਮੰਜੀ ਰੱਖੀ ਦੀ ਹੈ, ਟੁੱਟਾ ਜਿਹਾ ਬਿਸਤਰਾ ਨੇ ਲੋਕ ਚੁੱਕ ਕੇ ਲੈ ਜਾਂਦੇ ਆ, ਵਿਆਹ ਹੈ। ਕਹਿੰਦੇ ਕੋਈ ਨਹੀਂ, ਇੱਥੇ ਖੋਰੀ ਵਿਛਾ ਦੇ। ਉਧਰ ਕਮਾਦ ਜ਼ਿਆਦਾ ਹੁੰਦਾ, ਮਿਲ ਨੇੜੇ ਹੈ ਮਰਿੰਡੇ, ਖੋਰੀ ਵਿਛਾ ਦਿੱਤੀ, ਬੈਠ ਗਏ, ਅੰਤਰ ਧਿਆਨ ਹੋਏ ਰਹੇ। ਸਿੰਘ ਬੜੇ ਹੈਰਾਨ, ਕਿਸੇ ਨੂੰ ਦੱਸਿਆ ਨਹੀਂ, ਪੁੱਛਿਆ ਨਹੀਂ ਕੀ ਪ੍ਰੋਗਰਾਮ, ਕੌਣ ਪ੍ਰੇਮੀ, ਕਿਹਦੇ ਲਈ ਆਏ, ਕਿਨ ਸੱਦਾ ਪੱਤਰ ਦਿੱਤਾ। ਬੜੇ ਹੈਰਾਨ ਸੀ, ਬੈਠੇ ਰਹੇ, ਕਈ ਘੰਟੇ ਬੈਠੇ ਰਹੇ। ਇੰਨੇ ਨੂੰ ਅੰਤਰਜਾਮੀ ਬਾਬਾ ਅਜੀਤ ਸਿੰਘ ਜੀ ਆ ਗਏ, ਪ੍ਰਸ਼ਾਦੇ ਤਿਆਰ ਕਰਕੇ ਨਾਲ ਲੈ। ਉਹਨਾਂ ਨੇ ਸੰਤਾਂ ਨੂੰ ਪ੍ਰਸ਼ਾਦਾ ਛਕਾਇਆ ਆਪਣੇ ਹੱਥਾਂ ਨਾਲ, ਅਤੇ ਜੱਫੀ 'ਚ ਲੈ ਕੇ ਥਾਪੜਾ ਦੇ ਕੇ ਚਲੇ ਗਏ। ਨਾਲ ਦੇ ਸਿੰਘ ਬੜੇ ਹੈਰਾਨ ਹੋਏ, ਕਮਾਲ ਦੀ ਗੱਲ ਹੈ, ਬਾਬਾ ਜੀ ਦਾ ਬੜਾ ਵਿਵੇਕ ਦਾ ਪਹਿਰਾ ਹੈ। ਇੱਕ ਬੁੱਢਾ ਆਇਆ, ਪ੍ਰਸ਼ਾਦੇ ਲਿਆਇਆ, ਛਕਾ ਕੇ ਚਲੇ ਗਿਆ, ਥਾਪੜਾ ਦਿੱਤਾ, ਚਲੇ ਗਿਆ। ਐਡੇ ਵੱਡੇ ਮਹਾਂਪੁਰਖ, ਇਹ ਬੁੱਢਾ ਕੌਣ ਸੀ? ਹੁਣ ਵਿਦਿਆਰਥੀ ਜਿਹੜੇ ਆ ਉਹ ਪ੍ਰਸ਼ਨ ਉੱਤਰ ਕਰਨ ਤਾਂ ਜਾਣਦੇ ਹੁੰਦੇ ਆ। ਕਹਿੰਦੇ ਮਹਾਰਾਜ ਪਿਆਜ ਇਹ ਕੀ ਕੌਤਕ ਹੋਇਆ ਕਿ ਨਾ ਕਿਸੇ ਨੂੰ ਦੱਸਿਆ, ਨਾ ਪੁੱਛਿਆ, ਚੁੱਪ ਕਰਕੇ ਆ ਗਏ। ਅਤੇ ਇੱਥੇ ਕੋਈ ਪਰਚਾ ਆਪਣਾ ਵਕਫ ਵੀ ਨਹੀਂ, ਇਸ ਤਰ੍ਹਾਂ ਤੁਸੀਂ ਬੈਠੇ ਰਹੇ। ਇੱਕ ਬੁੱਢਾ ਆਇਆ, ਤੁਹਾਨੂੰ ਆਪਣੇ ਹੱਥਾਂ ਨਾਲ ਲੰਗਰ ਛਕਾ ਕੇ ਚਲੇ ਗਿਆ, ਜੱਫੀ ਲੈ ਕੇ ਥਾਪੜਾ ਦੇ ਗਿਆ, ਤੁਸੀਂ ਇੰਨਾ ਚਿਰ ਬੈਠੇ ਰਹੇ। ਕਹਿੰਦੇ ਇਸ ਤੋਂ ਬਾਅਦ ਕੋਈ ਬਚਨ ਨਹੀਂ ਕਰਨਾ, ਜਿਹੜਾ ਕਰਿਆ ਉਹਨੂੰ ਜਥੇ ਵਿੱਚੋਂ ਛੁੱਟੀ। ਕਹਿੰਦੇ ਮੈਂ ਮਨ ਵਿੱਚ ਫੁਰਨਾ ਧਰ ਕੇ ਆਇਆ ਸੀ ਕਿ ਉਹ ਬ੍ਰਹਮ ਗਿਆਨੀ ਮੈਨੂੰ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਭੋਜਨ ਛਕਾਉਣ, ਆਸ਼ੀਰਵਾਦ ਦੇਣ, ਥਾਪੀ ਦੇਣ। ਕਹਿੰਦੇ ਉਹ ਅੰਤਰਜਾਮੀ ਸੀ, ਕਰਕੇ ਚਲੇ ਗਏ। ਕਹਿੰਦੇ ਤੁਸੀਂ ਇੰਨਾ ਚਿਰ ਬੈਠੇ ਰਹੇ। ਕਹਿੰਦੇ ਮੈਂ ਦੇਖ ਰਿਹਾ ਸੀ ਵੀ ਸੰਤ ਕੋ ਪ੍ਰਕਾਸ਼ ਕਿੰਨਾ ਕਿਹਾ। ਆ ਗਿਆਨੀ ਜੀ ਨੇ ਪ੍ਰਕਾਸ਼ ਦੀ ਗੱਲ ਕੀਤੀ ਸੀ ਨਾ, ਗਿਆਨੀ ਤਰਸੇਮ ਸੁਣੀ। ਕਹਿੰਦੇ ਕਿੰਨਾ ਕੁ ਪ੍ਰਕਾਸ਼? ਕਹਿੰਦੇ ਕੋਈ ਥਾਂ ਇਹ ਹੈ ਨਹੀਂ, ਕੋਈ ਥਾਂ ਨਹੀਂ। ਇਸ ਵਾਸਤੇ ਜਿਹੜੇ ਗਿਆਨਵਾਨ ਲੋਕ, ਜਿਨ੍ਹਾਂ ਨੂੰ ਇਹ ਚੀਜ਼ ਦੀ ਸਮਝ ਆ ਗਈ, ਇਹ ਸਮਝ ਭਰੀ ਤੋਂ ਬਿਸਰਿਓ ਗਾਵਨ, ਇਹ ਗਾਉਣਾ ਵਜਾਉਣਾ ਵੀ ਬਹੁਤ ਪਿੱਛੇ ਰਹਿ ਜਾਂਦਾ। ਸੋ ਇਸ ਕਰਕੇ ਜਿਨ੍ਹਾਂ ਨੂੰ ਸਮੇਂ ਦੀ ਕਦਰ ਹੈ, ਉਹ ਕਿਸ ਢੰਗ ਦੇ ਨਾਲ ਜਾਣਦੇ ਹੈ ਕਿ ਰੋਜ਼ 8 ਪਹਿਰ ਬੀਤ ਗਏ। ਹੁਣ ਦੇਖੋ, ਕੁਝ ਉਮਰ ਸੌਣ ਵਿੱਚ, ਕੁਝ ਖਾਣ ਪੀਣ 'ਚ,
ਕੁਝ ਕਰਮ ਕਿਰਿਆ 'ਚ, ਕੁਝ ਕਾਰੋਬਾਰਾਂ ਵਿੱਚ, ਕੁਝ ਸਾਡੀਆਂ ਰਸਮਾਂ ਬੜੀਆਂ ਗਲਤ ਬਣੀਆਂ, ਵਿਆਹ ਸ਼ਾਦੀਆਂ, ਮਰਨਿਆਂ ਧਰਨਿਆਂ 'ਚ। ਹੁਣ ਤਾਂ ਕੋਵਿਡ ਨੇ ਥੋੜ੍ਹੀ ਜਿਹੀ ਨਕੇਲ ਪਾਈ ਹੈ ਨਾ, ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਆਪਣਾ ਕਿਸ ਤਰ੍ਹਾਂ ਦਾ ਬਣ ਗਿਆ ਸੀ ਵਾਤਾਵਰਨ। ਸੋ ਇਸ ਵਾਸਤੇ ਸਾਧ ਸੰਗਤ ਜੀ ਕਿ ਸਮੇਂ ਨੂੰ ਅਸੀਂ ਕਿਵੇਂ ਨਿਰਰਥਕ ਗਵਾਉਂਦੇ ਹਾਂ, ਜਾਂ ਫੋਨਾਂ 'ਤੇ ਬੜਾ ਲੰਬਾ ਲੰਬਾ ਟਾਈਮ ਲੱਗੇ ਰਹਿੰਦੇ ਹਾਂ, ਬੇਮਤਲਬੀਆਂ ਗੱਲਾਂ ਹੁੰਦੇ ਆ ਜਿਹਦਾ ਕੋਈ ਮੂਲ ਤਾਤਪਰਜ ਵੀ ਨਹੀਂ ਹੁੰਦਾ। ਪਰ ਜਿਨ੍ਹਾਂ ਨੂੰ ਸਮੇਂ ਦੀ ਕਦਰ ਦਾ ਪਤਾ ਲੱਗ ਗਿਆ, ਅੱਜ ਅਸੀਂ ਮਹਾਂਪੁਰਖਾਂ ਦੀ ਗੱਲ ਕੀਤੀ ਹੈ, ਉਹ ਬੰਬੇ ਗਏ ਹੋਏ ਸੀ, ਚੀਫ ਮਿਨਿਸਟਰ ਜਿਹੜਾ ਕੈਰੋਂ ਸੀ ਉਹ ਵੀ ਕਿਤੇ ਗਿਆ ਸੀ। ਉਹਦੇ ਮਨ 'ਚ ਇੱਛਾ ਹੋਈ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਦਰਸ਼ਨ ਕਰਨੇ ਮਿਲਣਾ। ਪੁੱਛਿਆ ਨਿਕਟ ਵਰਤੀਆਂ ਤੋਂ ਕਿਵੇਂ ਮਿਲਣਗੇ, ਕਦੋਂ ਮਿਲਣਗੇ, ਕਿਸ ਤਰ੍ਹਾਂ ਮਿਲਿਆ ਜਾਂਦਾ। ਕਹਿਣ ਲੱਗੇ ਸੰਤਾਂ ਕੋਲ ਵਿਹਲਾ ਟਾਈਮ ਤਾਂ ਹੁੰਦਾ ਹੀ ਨਹੀਂ, ਉਹਨਾਂ ਦਾ ਆਪਣਾ ਨਿਤਨੇਮ ਵੀ ਕਾਫੀ ਪਰਸਨਲ, ਬਾਣੀ ਸੁਣਨ ਦਾ ਵੀ ਕਾਫੀ ਸਮਾਂ ਹੈ। 5 ਪੱਕੇ ਅੰਗ 5 ਵਾਰੀ ਰੋਜ਼ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਨੇ। ਸੰਤ ਕਰਤਾਰ ਸਿੰਘ ਜੀ ਤੋਂ ਨਹੀਂ ਨਿਤਨੇਮ ਵੀ ਸੁਣਨਾ, ਕਥਾ ਵੀ ਵਾਚਣੀ ਹੈ, ਕਥਾ ਪੜ੍ਹਾਉਣੀ ਵੀ ਹੈ, ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਦੇਣੇ ਹੈ, ਗੁਰਬਾਣੀ, ਗੁਰ ਇਤਿਹਾਸ, ਕੁਝ ਵੇਦਾਂਤ ਆਦਿਕ ਦੇ ਗ੍ਰੰਥ, ਸਵੇਰੇ ਸ਼ਾਮ ਦੀ ਕਥਾ, ਸਵੇਰੇ ਸ਼ਾਮ ਦਾ ਨਿਤਨੇਮ। ਉਹਨਾਂ ਦੀ ਕਰਮ ਕਿਰਿਆ ਵੀ ਬੜੀ ਡੂੰਘੀ ਹੈ, ਵਿਵੇਕ ਦਾ ਪਹਿਰਾ ਕਾਫੀ ਹੈ। ਉਹਨਾਂ ਕੋਲ ਸਮਾਂ ਬਹੁਤ ਘੱਟ ਹੁੰਦਾ। ਜਦੋਂ ਉਹ ਕਥਾ ਕਰਕੇ ਜਾਂਦੇ ਹੈ, ਸਿਰਫ ਅੱਧਾ ਘੰਟਾ ਉਹਨਾਂ ਕੋਲ ਸਮਾਂ ਹੁੰਦਾ। ਕੈਰੋਂ ਨੇ ਕਿਹਾ ਫਿਰ ਠੀਕ ਹੈ, ਆਪਾਂ ਉਦੋਂ ਚੱਲ ਜਾਵਾਂਗੇ। ਸੰਤ ਮਹਾਂਪੁਰਖ ਜਾਣ ਸੀ ਕਿ ਆਪਣਾ ਰਾਜਨੀਤਿਕ ਲੋਕਾਂ ਨਾਲ ਕੀ ਹੈ। ਉਹ ਅੱਧਾ ਘੰਟਾ ਪਹਿਲਾਂ ਹੀ ਭੋਗ ਪਾ ਕੇ ਚਲੇ ਗਏ, ਗੱਜ ਕੇ ਬੋਲੋ, ਮਿਲੇ ਹੀ ਨਹੀਂ। ਅਤੇ ਆਮ ਜਿਹੜਾ ਹੋਊ ਤਾਂ ਵੀ ਚੀਫ ਮਿਨਿਸਟਰ ਨਾਲ ਮਿਲੀਏ, ਕੋਟੇ ਕਾਟੇ ਮਨਜ਼ੂਰ ਕਰਾਵਾਂਗੇ, ਫੋਟੋ ਆ ਜਾਏਗੀ, ਫਿਰ ਸੰਤ ਨੂੰ ਤਾਂ ਮੱਥਾ ਟੇਕਣ ਵੀ ਚੀਫ ਮਿਨਿਸਟਰ ਆ ਰਿਹਾ, ਕੋਈ ਲੀਡਰ ਆ ਰਿਹਾ। ਪਰ ਜਿਹੜੇ ਬੇਪਰਵਾਹ ਲੋਕ ਆ, ਸੰਤ ਨਵਰ ਨ ਕਾਹੂ ਜਾਣੇ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਕਿਉਂਕਿ ਉਹਨਾਂ ਨੂੰ ਪਤਾ ਇਹ ਸਮਾਂ ਬੜਾ ਕੀਮਤੀ ਹੈ। ਸਮਾਂ, ਇੱਕ ਮਹਾਂਪੁਰਖ ਸਰੀਰ ਛੱਡਣ ਲੱਗੇ ਸੀ ਨਾ, ਚੇਲੇ ਕਹਿੰਦੇ ਮਹਾਰਾਜ ਕੋਈ ਉਪਦੇਸ਼ ਦੇ ਦਿਓ। ਕਹਿੰਦੇ ਮੇਰੇ ਸਵਾਸ ਗਿਣਤੀ ਦੇ ਆ, ਆਲਾ 100 ਰੁਪਈਆ, ਉਹ ਥੋੜ੍ਹੇ ਸਵਾਸ ਮੁੱਲ ਲਿਆ, ਫੇਰ ਗੱਲ ਕਰਦੇ ਹਾਂ। ਉਹ ਜਿੱਥੇ ਜਾ ਮਹਾਰਾਜ 100 ਰੁਪਈਆ ਸਵਾਸ, ਕਹਿੰਦੇ ਦਿਮਾਗ ਟਿਕਾਣੇ ਆ, ਲੱਖਾਂ ਰੁਪਏ, ਕਰੋੜਾਂ ਰੁਪਏ, ਅਰਬਾਂ ਖਰਬਾਂ ਦੇ ਦਿਓ, ਇੱਕ ਸਵਾਸ ਨਹੀਂ ਮੁੱਲ ਮਿਲ ਸਕਦਾ। ਤੂੰ 100 ਦੇ ਸਵਾਸ ਭਾਲਦਾ। ਹੁਕਮ ਗਮਾ ਕੇ ਆ ਗਿਆ, ਮਹਾਰਾਜ ਸਵਾਸ ਦਾ ਕਿਤੇ ਮੁੱਲ ਮਿਲੇ ਨਹੀਂ। ਕਹਿੰਦੇ ਮਿਲ ਜਾਣ ਫਿਰ ਤਾਂ ਅਮੀਰ ਗਰੀਬਾਂ ਦੇ ਮੁੱਲ ਖਰੀਦ ਲੈਣਗੇ, ਕਿਹਨੂੰ ਮਾਰਨ ਨੂੰ ਚਿੱਤ ਕਰਦਾ। ਕਹਿੰਦੇ ਇਹੀ ਸਿੱਖਿਆ ਮੇਰੀ ਅੰਤ ਸਮੇਂ, ਸਵਾਸ ਬੜੇ ਕੀਮਤੀ ਹੈ, ਇਹਨਾਂ ਨੂੰ ਭਜਨ ਤੋਂ ਬਿਨਾਂ ਵਿਅਰਥ ਨਹੀਂ ਗਵਾਉਣਾ। ਗੱਜ ਕੇ ਬੋਲੋ ਸਤਿਨਾਮ। ਸਵਾਸ, ਹੁਣ ਆਪਾਂ ਸਾਰੇ ਸੋਚ ਲਈਏ ਸਵਾਸਾਂ ਦੀ ਸਫਲਤਾ ਕਿਵੇਂ ਹੋਣੀ ਆ। ਜਿਸ ਤਰ੍ਹਾਂ ਕਾਗਜ਼ ਹੈ, ਇੱਕ ਤਾਂ ਰੱਦੀ ਆ, ਉਹਨੂੰ ਕੂੜੇਦਾਨ ਸੁੱਟ ਦਿੱਤਾ, ਇੱਕ ਤੇ ਚੰਗੀ ਇਬਾਰਤ ਲਿਖੀ ਹੈ, ਕੋਈ ਮੋਹਰ ਨਹੀਂ ਲੱਗੀ, ਕਿਸੇ ਦਫ਼ਤਰ ਦਾਖਲ ਨਹੀਂ ਹੁੰਦੀ। ਇੱਕ ਤੇ ਇਬਾਰਤ ਗਲਤ ਹੈ, ਉਹ ਵੀ ਨਹੀਂ। ਇੱਕ ਬਿਲਕੁਲ ਪੇਪਰ ਸਾਫ਼ ਹੈ, ਉੱਤੇ ਲਿਖਿਆ ਜਾ ਸਕਦਾ। ਅਤੇ ਜਿਨ੍ਹਾਂ ਦੇ ਕਾਗਜ਼ਾਂ 'ਤੇ ਸਰਕਾਰ ਦੀ ਮੋਹਰ ਲੱਗ ਜਾਂਦੀ ਹੈ, ਗਵਰਨਰ ਦੇ ਦਸਤਖਤ ਹੋ ਜਾਂਦੇ ਹੈ ਕਾਗਜ਼ ਹੀ, ਕੀਮਤੀ ਨੋਟ ਬਣ ਗਿਆ ਨਾ। ਸੋਨਾ ਵੀ ਕਾਗਜ਼ਾਂ ਨਾਲ ਖਰੀਦ ਹੋ ਰਿਹਾ ਹੈ, ਚਾਂਦੀ ਵੀ, ਹੀਰੇ ਜਵਾਹਰਾਤ ਵੀ, ਬੰਦੇ ਵੀ ਨੋਟ ਨਾਲ ਖਰੀਦੇ ਜਾਂਦੇ ਆ।
ਇਹ ਤਾਂ ਭਾਈ ਮਨੀ ਸਿੰਘ ਆ ਜਿਨ੍ਹਾਂ ਨੂੰ ਨੋਟ ਨਹੀਂ ਖਰੀਦ ਸਕਿਆ। ਬਾਕੀ ਦਾ ਸੰਸਾਰ ਖਰੀਦਿਆ ਜਾਂਦਾ। ਉਹ ਤਾਂ ਗੁਰਸਿੱਖ ਬਿਰਲੇ, ਸਾਹਿਬਜ਼ਾਦੇ, 5 ਪਿਆਰੇ ਹੈ, 40 ਮੁਕਤੇ ਹੈ, ਹੋਰ ਕਿੰਨੇ ਗੁਰਸਿੱਖ, ਬੜੀ ਲੰਬੀ ਕਤਾਰ ਹੈ ਜਿਹਨੇ ਬਖਸ਼ਾਂ ਲਈਆਂ। ਇਸ ਤਰ੍ਹਾਂ ਸਾਡੇ ਸਵਾਸ ਕਈਆਂ ਨੇ ਗੰਦੀਆਂ ਫਿਲਮਾਂ ਦੇਖ ਕੇ ਬਕਾਰਾਂ ਵਿੱਚ ਨਸ਼ਟ ਕਰ ਲਏ। ਕਈ ਕਹਿੰਦੇ ਮਨ ਸ਼ੁੱਧ ਹੈ, ਧਰਤੀ ਸ਼ੁੱਧ ਵੀ ਹੈ, ਜੇ ਬੀਜ ਨਹੀਂ ਬੀਜਿਆ ਤਾਂ ਸ਼ੁੱਧ ਤੋਂ ਵੀ ਕੁਛ ਨਹੀਂ ਲੱਜਣਾ। ਜੇ ਸ਼ੁੱਧ ਮੰਨਿਆ ਤਾਂ ਸਗੋਂ ਨਾਮ ਦਾ ਬੀਜ ਬੀਜਣਾ ਚਾਹੀਦਾ, ਬੂਟਾ ਫਲੀਭੂਤ ਹੋਵੇ। ਜਿਨ੍ਹਾਂ ਦਾ ਸ਼ੁੱਧ ਹੈ ਉਹ ਤਾਂ ਗੱਲ ਕਰਦੇ ਹੀ ਨਹੀਂ। ਇਹ ਗੱਲ ਉਹੋ ਜਿਹਾ ਕਰਦੇ ਆ ਜਿਨ੍ਹਾਂ ਦਾ ਮਨ ਸ਼ੁੱਧ ਆ। ਔਰ ਕਈਆਂ ਨੇ ਗੱਲਾਂ ਬਾਤਾਂ ਵਿੱਚ ਸਵਾਸ ਗਵਾ ਲਿਆ। ਕਈਆਂ ਨੇ ਘੁੰਮਣ ਘੁਮਾਉਣ ਸੀ ਸਾਈਡ ਘੁੰਮ ਘੰਮ ਆਏ, ਕਲੱਬਾਂ ਪੱਬਾਂ 'ਚ ਘੁੰਮਦੇ ਰਹੇ, ਸਿਨੇਮੇ ਥੀਏਟਰਾਂ ਵਿੱਚ, ਡਾਂਸ ਨਾਚ ਘਰਾਂ ਭੰਗੜਿਆਂ ਵਿੱਚ ਘੁੰਮਦੇ ਰਹੇ। ਪਰ ਉਹ ਬਿਰਲੇ ਜਿਨ੍ਹਾਂ ਨੇ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕੀਤਾ, ਉਹਨਾਂ ਦੇ ਇੱਕ ਇੱਕ ਸਵਾਸ 'ਤੇ ਸਤਿਨਾਮ ਵਾਹਿਗੁਰੂ ਦਾ ਠੱਪਾ ਲੱਗ ਗਿਆ। ਉਹ ਸਵਾਸ ਕੀਮਤੀ ਬਣ ਗਿਆ। ਕੀਮਤੀ ਇਹ ਹੁਣ ਤੁਹਾਡੀ ਮਰਜ਼ੀ ਹੈ, ਸਵਾਸਾਂ ਨੂੰ ਕੀਮਤੀ ਬਣਾਉਣਾ ਹੈ ਜਾਂ ਨਿਸਫਲ ਲਗਾਉਣਾ। ਤੁਹਾਡੇ ਇੱਥੇ ਰਹੇ ਸੰਤ ਜੋਗਿੰਦਰ ਸਿੰਘ ਤੀਰ ਵਾਲੇ, ਸ਼ਾਇਦ ਤੁਸੀਂ ਦਰਸ਼ਨ ਕੀਤੇ ਹੋਣ। ਇੱਧਰ ਸਰੀਰ ਛੱਡਿਆ, ਦਿੱਲੀਓਂ ਹੀ ਸਰੀਰ ਲੈ ਕੇ ਗਏ। ਜਦੋਂ ਸੰਸਕਾਰ ਕੀਤਾ, ਫੁੱਲ ਚੁਣਨੇ ਸੀ, ਉਹਨਾਂ ਦੀ ਖੋਪਰੀ ਇਉਂ ਸਾਬਤੀ ਸੀ, ਉਹਦੇ 'ਤੇ ਸਤਿਨਾਮ ਵਾਹਿਗੁਰੂ ਉਕਰਿਆ ਹੋਇਆ ਸੀ। ਬਿਲਕੁਲ ਪੜ੍ਹ ਹੁੰਦਾ ਸੀ। ਉੱਥੋਂ ਪਤਾ ਲੱਗਦਾ ਹਾਂ ਵੀ ਉਹਨੇ ਅਭਿਆਸ ਕੀਤਾ ਸੀ। ਅਭਿਆਸ ਕਬੀਰ ਸਾਹਿਬ ਦੇ ਮਨ 'ਚ ਆ ਗਈ। ਕਈ ਵਾਰੀ ਆ ਜਾਂਦੀ ਭਗਤ ਦੀ, ਆਕਾਸ਼ ਬਾਣੀ ਹੋਇਓ ਕਬੀਰ, ਤੇਰੇ ਨੂੰ ਤਾਂ ਸਹਿਜੋ ਬਾਈ ਅੱਗੇ ਹੈ। ਕਬੀਰ ਨੇ ਇੱਕ ਕਮਾਲ ਦੀ ਗੱਲ, ਸਹਿਜੋ ਬਾਈ। ਕਬੀਰ ਸਾਹਿਬ ਦੇ ਮਨ 'ਚ ਦਰਸ਼ਨ ਕਰਨ ਦੀ ਇੱਛਾ ਹੋ ਗਈ। ਉਹ ਅੱਗੇ ਗਏ ਅਤੇ ਬੀਬੀਆਂ ਹੋਰ ਵੀ ਇਕੱਠੀਆਂ ਹੋਈਆਂ। ਉਹ ਪਾਥੀਆਂ 'ਤੇ ਲੜੀਆਂ ਜਾ ਰਹੀਆਂ, ਪਾਥੀਆਂ 'ਤੇ। ਮੇਰੀਆਂ ਪਾਥੀਆਂ ਚੁੱਕ ਲਈਆਂ, ਮੇਰੀਆਂ ਚੱਕ ਲਈਆਂ। ਕਹਿੰਦੇ ਸਹਿਜੋ ਬਾਈ, ਇਹ ਸਹਿਜੋ ਬਾਈ। ਕਹਿੰਦੇ ਤਾਂ ਪਾਥੀਆਂ ਤੋਂ ਲੜਦੀ ਹੈ। ਆਕਾਸ਼ਬਾਣੀ ਨੇ ਕਿਹਾ ਕਿ ਸਹਿਜੋ ਬਾਈ ਤੇ ਤੋਂ ਅੱਗੇ ਹੈ। ਕਬੀਰ ਸਾਹਿਬ ਕਹਿਣ ਲੱਗੇ ਪਾਥੀਆਂ ਦਾ ਕਿਵੇਂ ਪਤਾ ਲੱਗੇ ਤੇਰੀਆਂ ਕਿਹਦੀਆਂ? ਸਹਿਜੋ ਬਾਈ ਕਹਿੰਦੀ ਜਿਹੜੀ ਪਾਥੀ 'ਚੋਂ ਸ਼੍ਰੀ ਰਾਮ ਦੀ ਆਵਾਜ਼ ਆਵੇ ਉਹ ਮੇਰੀ ਹੋਊਗੀ। ਪਾਥੀ 'ਚੋਂ ਆਵਾਜ਼ ਆਵੇ ਬੀਬੀਓ, ਪਾਥੀ ਵੀ ਟੱਚ ਕਰਕੇ ਜਰਰੇ ਜਰਰੇ ਵਿੱਚ ਨਾਮ ਦੀ ਧੁਨਕਾਰ ਸੁਣਾਈ ਦਿੰਦੀ ਹੈ। ਕਮਾਈ ਵਾਲੇ ਸੰਤਾਰ ਖੁੱਲਿਆਂ ਕੋਈ ਇੱਕ ਪ੍ਰੇਮੀ ਆ ਗਿਆ, ਮਹਾਰਾਜ ਮੇਰਾ ਸਿਮਰਨ ਨਹੀਂ ਚੱਲਦਾ। ਕਹਿੰਦੇ ਅੱਛਾ। ਕਹਿੰਦੇ ਨਥਾਥ ਆ ਨਬਜ ਕਿਹੋ ਜਿਹੀ ਹੁੰਦੀ ਹੈ? ਉਹ ਨਬਜ ਫੜ ਲਈ, ਬਸ ਜਾਓ ਕੰਮ ਹੋ ਗਿਆ। ਕਿਉਂਕਿ ਜਿਹੜੀ ਤਾਰ ਵਿੱਚ ਕਰੰਟ ਹੋਵੇ ਨਾ, ਉਹ ਲਾਵਾਂਗੇ ਦੂਏ 'ਚ ਵੀ ਬਿਜਲੀ ਆ ਜਾਊਗੀ, ਲਾਟੂ 'ਚ ਵੀ ਆ ਜਾਊ। ਅਤੇ ਜੇ ਫਿਊਜ਼ ਹੋਈ ਹੈ ਜਿੰਨਾ ਮਰਜ਼ੀ ਨਾਲ ਕਨੈਕਸ਼ਨ ਜੋੜੀ ਜਾਓ, ਜੁੜ ਜਾਊਗਾ। ਜਿਹੜੇ ਕਮਾਈ ਵਾਲੇ ਆ ਉਹਨਾਂ ਦੇ ਨਾਮ ਦਾ ਸੰਚਾਰ ਚੱਲਦਾ। ਗੁਰਸਿੱਖ ਕਮਾਈ ਵਾਲੇ ਜਿਹੜੇ, ਐਸੀ ਬਰਕਤ ਹੁੰਦੀ। ਇਹ ਕਦੋਂ? ਜਦੋਂ ਅਸੀਂ ਸਮੇਂ ਦੀ ਕਦਰ ਕਰਾਂਗੇ। ਦਿਨ ਤੇ ਪਹਿਰ, ਪਹਿਰ ਤੇ ਕਰੀਆਂ, ਆਪ ਘਟੇ ਤਨ ਸੀਜੈ। ਉਮਰ ਘਟ ਰਹੀ ਹੈ, ਸਰੀਰ ਨਾਸ ਹੁੰਦਾ ਜਾ ਰਿਹਾ ਹੈ। ਕਾਲ ਅਹੇਰੀ ਫਿਰੈ ਬਦਕ ਜਿਉ। ਇਹ ਜਿਹੜਾ ਕਾਲ ਬਦਕ ਸ਼ਿਕਾਰੀ ਵਾਂਗ ਜਾਲ ਲੈ ਕੇ ਘੁੰਮ ਰਿਹਾ ਹੈ। ਕਹੋ ਕਵਨ ਬਿਧ ਕੀਜੈ। ਉਹ ਕਿਹੜੀ ਵਿਧੀ ਕੀਤੀ ਜਾਏ ਜੀ ਤੋਂ ਇਹ ਕਾਲ ਰੂਪੀ ਮੌਤ ਦਾ ਜਾਲ ਲੈ ਕੇ ਘੁੰਮ ਰਿਹਾ, ਇਹ ਤੋਂ ਬਚਿਆ ਜਾਏ। ਪਰ ਆਪਾਂ ਤਾਂ ਇਹ ਗੱਲ ਹੈ ਨਾ, ਉਹ ਜਿਵੇਂ ਇੱਕ ਸ਼ਿਕਾਰੀ ਸੀ, ਉਸ ਨੇ ਤੋਤੇ ਪੜ੍ਹਾ ਦਿੱਤੇ।
ਇੱਕ ਤੋਤਾ ਪੜਾਇਆ, ਉਹਨੂੰ ਦੂਏ ਤੋਤੇ ਪੜ੍ਹਾ ਦਿੱਤੇ। ਉਹ ਸਿਖਾਲਿਆ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਫਸ ਨਾ ਜਾਣਾ, ਧੋਖੇ ਮੈਂ ਨਾ ਆਣਾ, ਫੜ ਲੈ ਜਾਏਗਾ, ਪਿੰਜਰੇ में ਪਾਏਗਾ। ਉਹ ਤੋਤੇ ਸਾਰੇ ਪੜ੍ਹਾਤੇ, ਪੜ੍ਹ ਗਏ। ਸ਼ਿਕਾਰੀ ਨੇ ਕਿਹਾ ਪਤਾ ਨਹੀਂ ਕਿਹੜਾ ਉਸਤਾਦ ਮਿਲ ਗਿਆ, ਇਹ ਹੁਣ ਮੇਰੇ ਜਾਲ 'ਚ ਕਿੱਥੋਂ ਫਸਣਗੇ। ਫਿਰ ਦੇਖੀਏ ਇਕੱਲੇ ਪੜ੍ਹਾਕੂ ਹੀ ਆ ਕਿ ਅਮਲ ਵੀ ਹੈਗਾ, ਪੜ੍ਹਦੇ ਹੀ ਆ ਕਿ ਅਮਲ ਵੀ ਹੈ। ਉਂਝ ਹੀ ਚੋਗ ਖਿਲਾਰਤੀ ਆ ਗਏ, ਚੁਗੀ ਜਾਂਦੇ ਨੇ, ਬੋਲੀ ਜਾਂਦੇ ਆ। ਜਾਲ ਦੂਰ ਲਾ ਦਿੱਤਾ, ਨੇੜੇ ਲੈ ਆ, ਸਾਰੇ ਫਸ ਗਏ। ਅੱਜ ਕੱਲ੍ਹ ਦੁਨੀਆ ਪੜ੍ਹ ਲਿਖ ਬਹੁਤ ਗਈ ਹੈ। ਇਹ ਨਹੀਂ ਪੇੜ ਅਨਪੜ੍ਹੇ ਜਾਲ 'ਚ ਫਸਦੇ ਆ, ਪੜ੍ਹੇ ਲਿਖ ਵੀ ਫਸ ਰਹੇ। ਪੜ੍ਹਾਈ ਹੈ, ਅਮਲ ਹੈ ਨਹੀਂ। ਇਲਮ ਹੈ, ਇਲਮ ਤੇ ਹੈ, ਅਮਲ ਆਲਮ ਬਣ ਗਏ, ਆਲਮ ਬਣ ਗਏ ਵਿਦਵਾਨ, ਸਕਾਲਰਸ਼ਿਪ ਲੈ ਲਈ ਔਰ ਬੜੇ ਬੜੇ ਬੁੱਧੀਜੀਵੀ ਹੋ ਗਏ, ਲੇਕਿਨ ਅਮਲ ਕਰਨ ਵਾਲੇ ਨਹੀਂ ਬਣੇ। ਜਿਸ ਨੇ ਅਮਲ ਕੀਤਾ, ਕਿਨ ਕਾ ਏਕ ਜਿਸ ਜੀਵ ਸਾਵੈ, ਤਾ ਕੀ ਮਹਿਮਾ ਗਨੀ ਨਾ ਹੋਵੇ। ਮਨ ਮੰਦਰ ਤਨਵੇਸ ਕਲੰਦਰ ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ, ਬਹੁੜ ਜਨਮ ਨਾ ਆਵਾ। ਇਸ ਵਾਸਤੇ ਜਿਨ੍ਹਾਂ ਨੇ ਅਮਲ ਕੀਤਾ, ਉੱਥੇ ਪੜ੍ਹੇ ਅਨਪੜ੍ਹੇ ਦੀ ਗੱਲ ਨਹੀਂ, ਉਹ ਕਿਰਪਾ ਦਾ ਪਾਤਰ ਬਣ ਜਾਂਦਾ ਜਿਸ ਨੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਕਿ ਕਾਲ ਅਹੇਰੀ ਫਿਰੈ ਬਦਕ ਜਿਉਂ। ਕੋਈ ਸ਼ਿਕਾਰੀ ਜਿਹੜਾ ਜਾਲ ਲੈ ਕੇ ਘੁੰਮ ਰਿਹਾ ਹੈ, ਕਹੋ ਕਵਨ ਬਿਧ ਕੀਜੈ। ਉਹ ਕਿਹੜੀ ਵਿਧੀ ਹੈ ਜਿੱਤੋਂ ਅਸੀਂ ਕਾਲ ਤੋਂ ਬਚ ਸਕੀਏ। ਉਹ ਵਿਧੀ ਉਹੀ ਹੈ ਜੋ ਭਾਈ ਤਾਰੂ ਸਿੰਘ ਨੇ ਅਪਣਾਈ ਹੈ। ਕਿਹੜੀ ਵਿਧੀ ਸੀ? ਪਹਿਲਾਂ ਤਾਂ ਖੰਡੇਵਾੜ ਦਾ ਅੰਮ੍ਰਿਤ ਛਕਿਆ, ਫਿਰ ਖੇਤੀ ਕਰਦਾ ਸੀ। ਇਹ ਨਹੀਂ ਕਿ ਆਪਣਾ ਆਪਣੇ ਪਰਿਵਾਰ ਦਾ ਆਏਗਾ ਸਿੰਘਾਂ ਨੂੰ ਲੰਗਰ ਛਕਾਉਂਦਾ ਹੁੰਦਾ ਸੀ। ਉਹਦੀ CID ਦੇ ਦਿੱਤੀ, ਇਹ ਹਕੂਮਤ ਦੇ ਬਾਗੀਆਂ ਨੂੰ ਲੰਗਰ ਛਕਾਉਂਦਾ, ਗ੍ਰਿਫਤਾਰੀ ਹੋ ਗਈ, ਤੂੰ ਬਾਗੀਆਂ ਨੂੰ ਲੰਗਰ ਛਕਾਉਣਾ। ਕਹਿੰਦੇ ਲੰਗਰ ਕੋਈ ਵੀ ਛਕੀ ਜਾਂਦਾ, ਮੈਨੂੰ ਨਹੀਂ ਪਤਾ ਬਾਗੀ ਕੌਣ ਆ, ਬੇਬਾਗੀ ਕੌਣ ਆ। ਮੈਨੂੰ ਤਾਂ ਗੁਰੂ ਦਾ ਹੁਕਮ ਹੈ, ਦੇਗ ਤੇ ਜਗ ਮੈਂ ਦੋ ਚਲੇ। ਮੈਂ ਤਾਂ ਕਦੀ ਦੇਖਿਆ ਨਹੀਂ ਕੌਣ ਆਇਆ। ਸਾਡੇ ਗੁਰੂ ਦਾ ਹੁਕਮ ਆ, ਲੰਗਰ 'ਚ ਕੋਈ ਵੀ ਆ ਜਾਏ। ਅਸੀਂ ਤਾਂ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੇ ਸਾਹਿਬ ਬਾਹਰਾ ਜੀਓ। ਸਾਨੂੰ ਤਾਂ ਕੋਈ ਬਾਗੀ ਦਾ ਪਤਾ ਨਹੀਂ, ਅਸੀਂ ਤਾਂ ਲੰਗਰ ਸੇਵਾ ਕਰਦੇ ਹਾਂ। ਪਰ ਜਦੋਂ ਦੋਸਤ ਚੌਂਕੜੀ ਜਿਹੜੀ ਹੈ, ਜਿਵੇਂ ਬੱਕਰੀ ਗਈ ਨਾ ਪਾਣੀ ਪੀਣ, ਸ਼ੇਰ ਬੱਕਰੀ ਨੂੰ ਖਾਣਾ ਚਾਹੁੰਦਾ ਸੀ, ਤੂੰ ਆਪਣਾ ਪਰਛਾਵਾਂ ਪਾਈ ਜਾਨੀ, ਪਾਣੀ ਪਿੱਟੀ ਜਾਨੀ, ਤੇਰੀਆਂ ਲਾਲਾਂ ਵਿੱਚ ਡਿੱਗ ਰਹੀਆਂ। ਉਹ ਪਰੇ ਹੋ ਗਈ, ਝੂਠਾ ਹੁੰਦਾ। ਕਹਿੰਦੇ ਹੋਰ ਆ ਦਰਿਆਵਾਂ 'ਚ ਕਿੰਨਾ ਕੁਛ ਪਈ ਜਾਂਦਾ, ਝੂਠਾ ਨਹੀਂ, ਮੇਰੀਆਂ ਲਾਲਾਂ ਨੂੰ ਝੂਠੀ ਹੁੰਦੀ ਨਦੀ ਦਰਿਆ। ਕਹਿੰਦੇ ਮੀਆਂ ਜੀ ਗੱਲ ਕੋਈ ਨਹੀਂ, ਤੁਸੀਂ ਮੈਨੂੰ ਖਾਣਾ ਚਾਹੁੰਦੇ ਹੋ। ਅਤੇ ਜਦੋਂ ਹਕੂਮਤ ਇਸ ਤਰ੍ਹਾਂ ਦੀ ਰਾਖਸ਼ਾਂ ਦੀ ਹੋਵੇ, ਰਾਖਸ਼ਾਂ ਦੀ, ਬਾਬਾ ਖੁਦਾਰ ਸਿੰਘ ਸਾਹਿਬ ਨੂੰ ਹੈਨਰੀ ਲਾਰੈਂਸ ਕਹਿ ਰਿਹਾ ਕਿ ਮਹਾਰਾਜ ਸਿੰਘ ਕਿੱਥੇ ਹੈ? ਕਹਿੰਦੇ ਤੁਹਾਡੇ ਪੇਟ ਵਿੱਚ। ਜਦੋਂ ਤੁਸੀਂ ਨਿਗਲ ਹੀ ਲਿਆ ਤੇ ਮੈਨੂੰ ਕੀ ਪੁੱਛਦੇ ਆ? ਇਸ ਤਰ੍ਹਾਂ ਦੀ ਹਾਲਤ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਕਾਲ ਅਹੇਰੀ ਫਿਰੈ ਬਦਕ ਜੂੰ। ਪਰ ਧੰਨ ਭਾਈ ਤਾਰੂ ਸਿੰਘ 21 ਜਪਜੀ ਸਾਹਿਬ ਖੋਪਰੀ ਲਾਈ ਗਈ, ਬੈਠੇ ਆ। ਉਹਨੂੰ ਹੁਣ ਬੰਨ ਪੈ ਗਿਆ, ਦੋਏ ਕਲਾਂ ਬੰਦ ਹੋ ਗਈਆਂ। ਨਵਾਬ ਕੂਰਸ ਨੂੰ ਬੇਨਤੀ ਭੇਜੀ, ਕਹਿੰਦੇ ਉਹਦਾ ਜਿਹੜਾ ਚਰਨਾਂ ਦਾ ਜੋੜ ਆ ਨਾ, ਉਹ ਟੋਟਰੇ ਵਿੱਚ 100 ਅਮਰਾ, 100 ਛਿੱਤਰ ਖਾਧਾ ਹੋਵੇ, ਬੰਨ ਖੋਲ੍ਹਾ। ਇੱਡੀ ਤਾਕਤ ਦੇ ਮਾਲਕ ਜਿਨ੍ਹਾਂ ਦੇ ਜੋੜਿਆਂ 'ਚ ਕਾਲ ਵੀ ਪੁੱਛ ਕੇ ਆਉਂਦਾ ਉਹਨਾਂ ਨੂੰ, 21 ਦਿਨ ਉਹ ਬੈਠੇ ਰਹੇ।
ਤੁਸੀਂ ਦੱਸੋ ਵੀ ਖੋਪਰੀ ਲਈ ਹੋਏ ਬੰਦਾ ਇਉਂ ਰਹਿ ਸਕਦਾ? ਅੱਜ ਦੇ ਲੋਕ ਕਹਿੰਦੇ ਗਪੌੜਾ ਆ, ਪਰ ਉਹ ਕਰਕੇ ਦਿਖਾ ਗਏ। ਅੱਜ ਦੇ ਲੋਕਾਂ ਨੂੰ ਸ਼ੰਕਾ ਕਿ ਬਾਬਾ ਦੀਪ ਸਿੰਘ ਦਾ ਸੀਸ ਨਹੀਂ ਕੱਟ ਹੋਇਆ, ਉਹ ਜ਼ਖਮੀ ਹੋਇਆ ਸੀ, ਜਿਵੇਂ ਠੁੰਮਣਾ ਜਿਹਾ ਦੇ ਕੇ ਲੜਦੇ ਰਹੇ। ਮੈਂ ਕਿਹਾ ਠੁੰਮਣਾ ਵੀ ਤੂੰ ਹੀ ਦੇ ਕੇ ਆਇਆ ਹੁਣ, ਬਾਬਾ ਦੀਪ ਸਿੰਘ ਨੂੰ ਤੇਰੀ ਸਹਾਇਤਾ ਦੀ ਲੋੜ ਪਈ ਹੋਣੀ ਹਨ। ਅੱਜ ਕਿਸ ਤਰ੍ਹਾਂ ਦੇ ਨਾਸਤਕ ਲੋਕ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਸੀਸ ਵੱਡਾ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਉਹਨਾਂ ਨੇ ਕੰਮ ਕਰਕੇ ਬਾਣੀ ਸਿੱਧ ਕਰਕੇ ਦੱਸਤੀ ਵੀ ਹਾਂ ਸਹੀ ਹੈ ਇਹ ਜੋ ਲਿਖਿਆ, ਪਰ ਸਾਡਾ ਵਿਸ਼ਵਾਸ ਨਹੀਂ। ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਤੇ ਜੋ ਗੁਰੂ ਗ੍ਰੰਥ 'ਚ ਲਿਖਿਆ ਉਹ ਕਰਕੇ ਦਿਖਾ ਗਏ। ਤੁਹਾਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਰਨ ਵਾਲੇ ਨੇ ਕਰਾ ਲਿਆ, ਕਰਨ ਵਾਲਾ ਕਰ ਗਿਆ। ਜੇ ਸਾਡੇ ਹੱਥ ਹੋਵੇ ਤਾਂ ਅਸੀਂ ਬਹੁਤ ਕੁਝ ਕਰੀਏ। ਇਹ ਤਾਂ ਕਲਗੀਧਰ ਪਾਤਸ਼ਾਹ ਦੀ ਮੌਜ, ਆਪਣੀ ਲੀਲਾ ਹੈ, ਜਦੋਂ ਮਰਜ਼ੀ ਕਰਾ ਲੈਣ। ਇਸ ਕਰਕੇ ਕਹਿੰਦੇ ਆ ਕਾਲ ਜਿਹੜਾ ਹੈ ਉਹਨੂੰ ਵੀ ਉਹ ਰੋਕ ਦਿੰਦੇ, ਕਿਉਂਕਿ ਅਕਾਲ ਦੀ ਸ਼ਰਨ ਆਵੇ, ਅਕਾਲ ਦੀ ਸ਼ਰਨ। ਇਸ ਕਰਕੇ ਮਹਾਰਾਜ ਕਹਿੰਦੇ ਕਹੋ ਕਬਨ ਵਿਧ ਕੀਜੈ, ਉਹ ਕਿਹੜੀ ਵਿਧੀ ਕੀਤੀ ਜਾਏ ਜਿੱਤੇ ਕਾਲ ਦੇ ਉੱਤੇ ਵੀ ਕਾਬੂ ਪਾਇਆ ਜਾਏ। ਉਹ ਇਹ ਵਿਧੀ ਹੈ ਜੋ ਉਹਨਾਂ ਗੁਰਸਿੱਖਾਂ ਨੇ ਅਪਣਾਈ ਸੀ। ਸੀਸ ਕੱਟਣ ਤੋਂ ਬਾਅਦ ਕਿਹੜਾ ਬੰਦਾ ਯੁੱਧ ਕਰ ਸਕਦਾ? ਪਰ ਦਿਖਾ ਗਏ, ਕਰਕੇ ਦਿਖਾ ਗਏ। ਇਹ ਗੱਲਾਂ ਨਹੀਂ, ਲੋਕਾਂ ਦੀਆਂ ਕਿਤਾਬਾਂ ਨਹੀਂ ਆ, ਇੱਕ ਇਤਿਹਾਸ ਹੈ ਕਲਗੀਧਰ ਪਾਤਸ਼ਾਹ ਦਾ। ਇਹਦੇ ਸਿਰ 'ਤੇ ਕੌਮ ਆ ਜਿੰਦੀ ਹੈ। ਕੌਮ, ਸਾਰਾ ਸੰਸਾਰ ਤੁਹਾਨੂੰ ਘੇਰਨ ਲੱਗਾ ਹੋਇਆ, ਰੌਲਾ ਬਹੁਤ ਪਾ ਰਿਹਾ, ਪੈਂਦਾ ਰਹਿਣਾ ਇਸ ਤਰ੍ਹਾਂ। ਜੰਗਲ ਵਿੱਚ ਬੜਾ ਜਾਨਵਰ ਰੌਲਾ ਚੀਖ ਚਾੜਾ ਪਾਉਂਦੇ, ਸ਼ੇਰ ਆ ਗਿਆ, ਸ਼ੇਰ ਆ ਗਿਆ। ਸ਼ੇਰ ਦੀ ਸਿਹਤ 'ਤੇ ਕੋਈ ਅਸਰ ਨਹੀਂ। ਖਾਲਸਾ ਵਿਰੁੱਧ ਬੜਾ ਕੁਛ ਚੱਲਦਾ ਰਿਹਾ, ਚੱਲੀ ਜਾਣਾ, ਪਰ ਇਹ ਮਹਾਰਾਜ ਨੇ ਖਾਲਸੇ ਇਹੋ ਜਿਹੇ ਬਣਾ ਦਿੱਤੇ ਆ, ਇਹਨਾਂ ਦੀ ਸਿਹਤ ਉੱਤੇ ਕੋਈ ਅਸਰ ਨਹੀਂ। ਪਰ ਜੇ ਆਪਾਂ ਖਾਲਸੇ ਬਣ ਕੇ ਰਹਾਂਗੇ, ਅਤੇ ਜੇ ਆਪੇ ਦਬੜੂ ਕੁਸੜੂ ਬਣ ਗਏ, ਫਿਰ ਗੁਰੂ ਦੀ ਸ਼ਕਤੀ ਨਹੀਂ ਮਿਲਣੀ। ਪਾਤਸ਼ਾਹ ਕਹੇਗਾ ਨਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਬੋਲੋ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਤਬ ਮੈਂ ਨਾ ਕਰੋ ਇਨਕੀ ਪ੍ਰਤੀਤ। ਫਿਰ ਨਹੀਂ ਮੈਂ ਯਕੀਨ ਕਰਨਾ, ਇਹ ਤਾਂ ਛੱਡ ਗਏ, ਬੇਮੁਖ ਹੋ ਗਏ। ਜੇ ਗੁਰੂ ਦੀ ਬਖਸ਼ਿਸ਼ ਲੈਣੀ ਹੈ, ਫਿਰ ਗੁਰੂ ਦੇ ਸਿਧਾਂਤ 'ਤੇ ਅਮਲ ਕਰਨਾ ਹੀ ਪੈਣਾ। ਹਾਂਜੀ, ਸੋ ਦਿਨ ਆਵਣ ਲੱਗਾ, ਉਹ ਦਿਨ ਆਵਣ ਲੱਗਾ ਹੈ। ਮਾਤ ਪਿਤਾ ਭਾਈ ਸੁਤ ਬਣਤਾ, ਮਾਤਾ ਪਿਤਾ ਪੁੱਤਰ ਬਣਤਾ ਘਰ ਵਾਲੀ, ਕਹੋ ਕੂ ਹੈ ਕਾ। ਦੱਸੋ ਇਹਨਾਂ ਵਿੱਚੋਂ ਓੜਕ ਨਿਭਾਉਣ ਵਾਲਾ ਕੌਣ ਹੈ? ਓੜਕ ਨਿਭਾਉਣ ਵਾਲਾ ਪਰਮੇਸ਼ਰ ਹੈ। ਧੰਨ ਗੁਰੂ ਨਾਨਕ ਸਾਹਿਬ ਜਿਹੜੇ ਸੁਲਤਾਨਪੁਰੋਂ ਚੱਲੇ, ਮਹਿਤਾ ਸਾਹਿਬ ਆ ਗਏ, ਮੂਲ ਚੰਦ ਸਹੁਰਾ ਸਾਹਿਬ ਆ ਗਏ, ਸੱਸ ਚੰਦੋ ਰਾਣੀ ਆ ਗਈ, ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਭਾਈ ਜੈ ਰਾਮ, ਉਹ ਤਾਂ ਸਮਝਦੇ ਸੀ, ਸ੍ਰੀ ਚੰਦ 3 ਸਾਲ, ਲక్ష్ਮੀ ਦਾ 1.5 ਸਾਲ, ਹੋਰ ਵੀ ਪਰਿਵਾਰ ਦੇ ਨੇੜੇ ਤੇੜੇ ਦੇ। ਮਹਾਰਾਜ ਅਸੀਂ ਬੁੱਢੇ ਹਾਂ, ਮਾਤਾ ਸੁਲੱਖਣੀ ਨੌਜਵਾਨ ਹੈ, ਇਹ ਮਾਸੂਮ ਬੱਚੇ ਹੈ, ਤੁਸੀਂ ਭਗਵੇਂ ਪਾ ਕੇ ਤੁਰ ਪਏ ਆ। ਜਿਹੜੀ ਆ ਬੇਰ ਸਾਹਿਬ ਤੋਂ ਇਸ਼ਨਾਨ ਦੇ ਬਹਾਨੇ ਗਏ, 30 ਦਿਨ ਮੂਲ ਮੰਤਰ ਲੈ ਕੇ ਸੰਤ ਘਾਟ ਪ੍ਰਗਟ ਹੋਏ। ਉਹਦਾ ਨਾਂ ਸੰਤਾਂ ਦਾ ਘਾਟ ਤਾਂ ਆ, ਸੰਤਾਂ ਦਾ ਘਾਟ ਰਸਤਾ। ਕਖਾਏ ਵਸਰ ਕਰਕੇ ਉਦਾਸੀਆਂ ਨੂੰ ਤੁਰੇ, ਤੁਸੀਂ ਤੁਰ ਚੱਲੇ ਆ। ਆਹ ਬੁੱਢੇ ਆ, ਇਹ ਮਾਸੂਮ ਬੱਚੇ ਆ, ਧਰਮ ਪਤਨੀ ਨੌਜਵਾਨ ਆ, ਤੇ ਮਹਾਰਾਜ ਨੇ ਸਭ ਨੂੰ ਸੰਤੁਸ਼ਟ ਕੀਤਾ। ਬਜ਼ੁਰਗੋ, ਹਿੰਦੁਸਤਾਨ 'ਚ ਇੰਨਾ ਜ਼ੁਲਮ ਹੋ ਰਿਹਾ, ਕਿੰਨੇ ਬੁੱਢੇ ਰੁਲ ਰਹੇ ਆ, ਕਿੰਨੇ ਨੌਜਵਾਨਾਂ ਦੀ ਬੇਪੱਤੀ, ਕਿੰਨੀਆਂ ਦੇਵੀਆਂ ਦੀ ਇੱਜ਼ਤ ਬਰਬਾਦ ਹੋ ਰਹੀ, ਕਿੰਨੇ ਮਾਸੂਮ ਕੋ ਮਾਰੇ ਜਾ ਰਹੇ ਆ। ਆ ਤੁਹਾਨੂੰ ਦੇਖਾਂ, ਸਾਰੇ ਵਿਸ਼ਵ ਨੂੰ ਦੇਖਾਂ,
ਸਾਰੇ ਵਿਸ਼ਵ ਨੂੰ, ਹਾਂ ਸਾਰੇ ਵਿਸ਼ਵ ਨੂੰ ਦੇਖਾਂਗੇ ਤੁਹਾਨੂੰ। ਸਾਰਿਆਂ ਦਾ ਜਿਹੜੇ ਭਰਮ ਕੱਢਿਆ ਅਤੇ ਆਪ ਇਜਾਜ਼ਤ ਦਿੱਤੀ ਕਿ ਜਾਓ ਮਹਾਰਾਜ। ਸਭ ਨੂੰ ਸੰਤੁਸ਼ਟ ਕਰਕੇ ਚੜ੍ਹਿਆ ਸੋਧਣ ਧਰਤ ਲੁਕਾਈ, ਕੱਲ ਤਾਰਨ ਗੁਰੂ ਨਾਨਕ ਆਇਆ। ਜਿਨ੍ਹਾਂ ਦਾ 552ਵਾਂ ਗੁਰਪੁਰਬ ਤੁਸੀਂ ਮਨਾ ਚੁੱਕੇ ਹੋ, ਅਤੇ ਹੁਣ 9ਵੇਂ ਪਾਤਸ਼ਾਹ ਦਾ 400 ਸਾਲਾ। ਆਹ ਜੋ ਕੁਛ ਦਿਸ ਰਿਹਾ ਨਾ, ਇਹ 9ਵੇਂ ਦੀ ਦੇਣ ਆ। ਹੁਣ ਡੀਂਗਾਂ ਜਿੰਨੀਆਂ ਮਰਜ਼ੀ ਕੋਈ ਮਾਰੀ ਚਲੇ, ਅਤੇ ਸਾਡੀ ਦੇਵੀ 'ਚ ਸ਼ਕਤੀ ਹੈ, ਸਾਡੇ ਦੇਵਤੇ 'ਚ ਸ਼ਕਤੀ ਹੈ, ਸਾਡੇ ਪੀਰ ਫੀਰ ਸ਼ਕਤੀ ਹੈ, ਸਾਡੇ ਫਲਾਨੇ ਵਿੱਚ ਸ਼ਕਤੀ ਹੈ, ਸਾਡੇ ਗੁਰੂਆਂ 'ਚ। ਉਸ ਵੇਲੇ ਦਾ ਕੋਈ ਮੁਗਲ ਨਾ ਅੰਧਾ ਹੋਆ, ਕਿਨੇ ਨਾ ਪਰਚਾ ਲਾਇਆ, ਕੋਈ ਅੰਨਾ ਨਹੀਂ ਹੋਇਆ, ਕਿਸੇ ਨੇ ਪ੍ਰੇਮ ਦਾ ਪਰਚਾ ਨਹੀਂ ਲਾਇਆ। ਔਰੰਗਜ਼ੇਬ ਜਦੋਂ ਜੈਪੁਰ ਗਿਆ, 1100 ਮੰਦਰ ਤਬਾਹ ਕਰਾਇਆ। ਕੋਲ ਬੈਠ ਕੇ ਜੈ ਸਿੰਘ ਰਾਜਾ ਆ ਗਿਆ, ਇਹ ਤਾਂ ਮੈਨੂੰ ਹੀ ਹੁਕਮ ਕਰ ਦਿੰਦੇ, ਕਹਿੰਦੇ ਜਾ ਬਹਿ ਜਾ, ਤੇਰੀ ਲੋੜ ਨਹੀਂ। ਮੰਦਰਾਂ 'ਤੇ ਅਰਬਾਂ ਖਰਬਾਂ ਰੁਪਇਆ ਲਾ ਦਿੱਤਾ, ਉਹਨਾਂ ਦੀ ਸੁਰੱਖਿਆ ਵਾਸਤੇ ਹੌਸਲਾ ਨਹੀਂ ਪਿਆ। ਗੱਜ ਕੇ ਬੋਲੋ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੈ, ਜਿਨ੍ਹਾਂ ਦੀ ਕਿਰਪਾ ਨਾਲ ਸਾਰਾ ਕੁਝ ਨਜ਼ਰ ਆ ਰਿਹਾ। ਤਾਂ ਹੀ ਮਹਾਰਾਜ ਨੇ ਕਿਹਾ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕਿਨੋਂ ਵੱਡੋ ਕਲੂ ਮੈਂ ਸਾਕਾ। ਸਾਧਨ ਹੇਤ ਕੀਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਨਾਟਕ ਚਿਟ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਠੀਕਰ ਫੋਰ ਦਲੀਸਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਇਹ ਮਹਾਰਾਜ ਦੀ, ਇਹ ਉਹਨਾਂ ਦੀ ਦੇਣ ਆ। ਅੱਜ ਅਸੀਂ ਭੁੱਲੀ ਜਾ ਰਹੇ ਹਾਂ, ਆਪੋ ਆਪਣੇ ਰਾਹ ਆਪੋ ਆਪਣੀਆਂ। ਪਰ ਜੇ ਗੁਰੂ ਦੇ ਸਿਧਾਂਤ 'ਤੇ ਚੱਲਾਂਗੇ, ਮਹਾਰਾਜ ਦੀ ਬਰਕਤ ਸਾਡੇ ਨਾਲ ਹੈ। ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ, 100 ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕੂ ਹੈ ਕਾਕਾ। ਜਿਲੇ ਅੰਤ ਦੇ ਦਿਨ ਆ ਗਏ ਨਾ, ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜੇ ਮਾਰ ਕੇ ਗਣੇ ਨਾ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਇਹ ਰਾਹਦਾਰੀ ਦਾ ਖਰਚਾ ਇਹ ਹੋਣਾ। ਪਰਲੋਕ ਵਾਸਤੇ, ਇੱਥੇ ਵਾਸਤੇ ਤਾਂ ਬੈਂਕਲੈਸ ਬੜਾ ਬਣਾਉਣੇ, ਜ਼ਮੀਨਾਂ ਜਾਇਦਾਦਾਂ, ਅੱਗੇ ਵਾਸਤੇ ਤਾਂ ਕੁਝ ਵੀ ਨਹੀਂ। ਜਿਹੜਾ ਮੁਹੰਮਦ ਗਜ਼ਨਵੀ ਸੀ ਨਾ, 17 ਵਾਰੀ ਹਿੰਦੁਸਤਾਨ ਲੁੱਟਿਆ, ਅੰਤ ਦੇ ਨਾਲ ਆ, ਉਹਦੇ ਖਜ਼ਾਨਿਆਂ ਦੀਆਂ ਚਾਬੀਆਂ ਊਠਾਂ 'ਤੇ ਲੱਦ ਹੁੰਦੀਆਂ ਸੀ। ਜਿੱਦਣ ਮੌਤ ਦੇ ਦਿਨ ਆਏ ਨਾ, ਫਰਿਸ਼ਤੇ ਆ ਗਏ, ਕਹਿੰਦਾ ਸਾਰੇ ਖਜ਼ਾਨੇ ਖੋਲ੍ਹ ਦਿਓ। ਖੋਲ੍ਹ ਦਿੱਤੇ। ਕਿਤੇ ਦਾ ਹੀਰੇ ਪਾਇਆ, ਕਿਤੇ ਜਵਾਹਰਾਤ ਪਾਇਆ, ਮੋਤੀ ਪਾਇਆ, ਪੁਖਰਾਜ ਪਾਇਆ, ਮੂੰਗੇ ਪਾਇਆ, ਸੋਨਿਆਂ ਦੇ ਢੇਰ, ਚਾਂਦੀਆਂ ਦੇ, ਲੱਲੜ ਪੱਲੜ ਬਹੁਤ ਕੁਛ ਪਿਆ। ਅੱਖਾਂ 'ਚ ਅਥਰੂ ਆ ਗਏ, ਰੋ ਰਿਹਾ। ਬੜੇ ਬੜੇ ਜਰਨੈਲ ਮਹਾਰਾਜ ਤੁਸੀਂ ਹਿੰਦੁਸਤਾਨ 'ਚ ਗਏ, ਇੱਕ ਵਾਰੀ 39 ਬੰਦੇ ਲੈ ਕੇ ਆਏ, 365 ਰਿਆਸਤਾਂ, ਕਿਸੇ ਦਾ ਤੁਹਾਡੇ ਕੋਲ ਬਰਾਬਰ ਹੌਸਲਾ ਨਹੀਂ ਪਿਆ। ਇੱਡੇ ਬਹਾਦਰ, ਇੱਡੇ ਸੂਰਵੀਰ। ਅੱਜ ਕਹਿੰਦੇ ਸਾਰੀ ਉਮਰ ਰੋਡ ਕਾਂਕਰੇ ਇਕੱਠੇ ਕਰਦਾ ਰਿਹਾ, ਖੁਦਾ ਦੀ ਬੰਦਗੀ ਨਹੀਂ ਕੀਤੀ, ਜਨਮ ਨਿਸਫਲ ਗਵਾ ਲਿਆ, ਜਨਮ ਨਿਸਫਲ ਗਵਾ ਲਿਆ। ਹੁਣ ਸੋਝੀ ਆਈ, ਹੁਣ ਤਾਂ ਹੱਥਾਂ ਦੇ ਤੋਤੇ ਉੱਡ ਗਏ, ਹੱਥੋਂ ਸਮਾਂ ਨਿਕਲ ਗਿਆ। ਆਪ ਪਛਤਾਏ ਕਿਆ ਹੁਆ ਜਬ ਚਿੜੀਆਂ ਚੁਗ ਗਿਆ ਖੇਤ। ਹੁਣ ਪਛਤਾਉਣ ਦਾ ਗਿਲਾ ਸਮਾਂ ਗਵਾ ਲਿਆ। ਇੱਕ ਦੁਨੀਆ ਦਾ ਸਮਰਾਟ, ਐਡਾ ਜੇਤੂ, ਆਪਣੇ ਕੋਲ ਤਾਂ ਇੰਨਾ ਕੁਛ ਹੈ ਵੀ ਨਹੀਂ, ਫਿਰ ਵੀ ਸਾਰਾ ਕੁਝ ਭੁੱਲ ਭੁਲਾ ਕੇ ਬੈਠੇ ਆ। ਪਰ ਜਿਹੜੇ ਇਸ ਪਾਸੇ ਤੁਰਦੇ ਆ, ਅਕਾਲ ਪੁਰਖ ਦਾ ਧੰਨਵਾਦ ਕਰਿਓ ਕਿ ਤੇਰੀ ਮਿਹਰ ਹੈ, ਤੂੰ ਸਾਨੂੰ ਆਪਣੇ ਵੱਲ ਲਾ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਆ, ਜਦੋਂ ਅੰਤ ਸਮਾਂ ਆਉਂਦਾ, ਇਹਨਾਂ ਵਿੱਚੋਂ ਕੋਈ ਵੀ ਕਿਸੇ ਦੀ ਸਹਾਇਤਾ ਵਾਸਤੇ ਨਹੀਂ ਖਲੋਂਦਾ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜਬ ਲਗ ਜੋਤ ਕਾਇਆ ਮਹਿ ਵਰਤੈ। ਜਦੋਂ ਤੱਕ ਇਹ ਜੋਤ, ਉਹਦੀ ਆਤਮਿਕ ਸੱਤਾ
ਸਰੀਰ ਵਿੱਚ ਵਰਤ ਰਹੀ ਹੈ। ਆਪਾ ਪਸ਼ੂ ਨ ਬੂਝੈ। ਕਿਉਂਕਿ ਇਹ ਐਸਾ ਪਸ਼ੂ ਬਣਿਆ, ਇਹ ਆਪਣੀ ਆਤਮਾ ਨੂੰ ਬੁੱਝਦਾ ਨਹੀਂ, ਹੋਰ ਗੱਲਾਂ ਬੁੱਝਣ ਲਈ ਤਾਂ ਬਹੁਤ ਕੁਝ ਕਰਦਾ, ਬੜੀਆਂ ਕਿਤਾਬਾਂ ਪੜ੍ਹ ਰਿਹਾ, ਬੁੱਝਿਆ ਨਹੀਂ। ਇੱਕ ਸੁਧਾਖਰ ਜਿਹੜਾ ਸ਼ੋਧਾਖਰ ਸੀ ਉਹਦਾ ਬੁੱਝਿਆ ਨਾ, ਉਹ ਨਹੀਂ ਬੁੱਝਿਆ। ਹੋਰ ਗੱਲਾਂ ਬੁੱਝਣ ਵਾਸਤੇ ਬੜੇ ਗਿਆਨ ਧਿਆਨ ਇਕੱਠੇ ਕਰਦਾ ਹੈ। ਉਹ ਕਹਿੰਦੇ ਜਿਹੜਾ ਬੁੱਲਾ ਸ਼ਾਹ ਸੀ ਨਾ, ਉਹ ਚਾਰੇ ਕੁਤੇਬਾਂ ਮੰਜਿਆਂ ਦੇ ਪਾਵਿਆਂ ਥੱਲੇ ਰੱਖ ਕੇ ਬਹਿ ਗਿਆ। ਕਹਿੰਦੇ ਬੁੱਲਿਆ ਇਹ ਕੀ ਕੀਤਾ? ਕਹਿੰਦੇ ਜਦੋਂ ਗਿਆਨ ਨਹੀਂ ਸੀ, ਹਾਂਜੀ, ਉਦੋਂ ਇਹ ਵੀ ਕੁਛ ਨਹੀਂ, ਹੁਣ ਗਿਆਨ ਹੋ ਗਿਆ ਤੇ ਇਹ ਵੀ ਰੌਲਾ ਪਾਈ ਜਾਂਦੀਆਂ, ਇਹ ਵੀ। ਤੇ ਮੌਲਾਨਾ ਰੂਮ ਸਾਹਿਬ ਕਿੱਡੇ ਵਿਦਵਾਨ ਸੀ, ਤੇ ਸ਼ਮਸ ਤਬਰੇਜ਼ ਆ ਗਿਆ, ਹਾਂਜੀ, ਆ ਕੇ ਕਹਿਣ ਲੱਗੇ ਇਹ ਕੀ ਕਰ ਰਿਹਾ? ਉਹ ਦੇਖਿਆ ਕਮਾਲ ਦੀ ਗੱਲ ਹੈ, ਜਿਹੜਾ ਆਉਂਦਾ ਮੌਲਵੀ ਸਾਹਿਬ ਨਮਸਕਾਰ, ਵੱਡੇ ਵਿਦਵਾਨ ਸੀ ਉਹਨਾਂ 'ਚ, ਕੀ ਚੀਜ਼ ਕਿਆ ਕਰ ਰਹੇ ਹੋ? ਉਹਦੇ ਹੱਥ ਵਿੱਚ ਉਹਦੀਆਂ ਜਿਹੜੀਆਂ ਬੁੱਕਾਂ ਉਦੋਂ ਹੱਥ ਲਿਖਤ ਹੁੰਦੀ ਸੀ, ਪ੍ਰੈਸਾਂ ਤੋਂ ਹੁੰਦੀਆਂ ਨਾ, ਉਹ ਫੜ ਕੇ ਤੇ ਉਸਨੇ ਛੱਪੜ ਦੇ ਵਿੱਚ ਸੁੱਟ ਦਿੱਤੀਆਂ। ਕੀ ਚੀਜ਼ ਤੇ ਇਹ ਕੀ ਕੀਤਾ? ਕਹਿੰਦੇ ਕੱਢ ਲਾ ਵਿੱਚੋਂ। ਜਿਲੇ ਕੱਢਿਆ ਉਹ ਸੁੱਕੀਆਂ। ਕਮਾਲ ਹੋ ਗਿਆ। ਫਿਰ ਮੌਲਾਨਾ ਰੂਮ ਨੂੰ ਸੋਝੀ ਆਈ ਕਿ ਫਕੀਰ ਦੀ ਸੰਗਤ ਕੀ ਹੁੰਦੀ ਹੈ, ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹਿਆ ਸੁਣਿਆ ਕਿਉਂ ਹੋਈ, ਜੇ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਗਵਾਰਾ, ਅੰਧਿਆਰੇ ਦੀਪਕ ਚੇਜੇ, ਇੱਕ ਬਸਤਾ ਗੋਚਰ ਲਈਐ, ਬਸਤਾ ਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਇਹ ਹਿਰਦੇ ਦਾ ਦੀਵਾ ਤਾਂ ਜਗਾਇਆ ਹੀ ਨਹੀਂ, ਇਹਦਾ ਬੁਝਿਆ ਪਿਆ, ਇਹ ਚਮੂਖੀਆ ਦੀਵਾ। ਸੰਤਾਂ ਨੂੰ ਕਹਿੰਦੇ ਮਹਾਰਾਜ ਤੁਹਾਡੇ ਅੰਦਰ ਗਿਆਨ ਦਾ ਦੀਵਾ ਜਗਦਾ, ਸਾਡੇ ਵੀ ਜਗਾ ਦਿਓ। ਕਹਿੰਦੇ ਦੀਵਾ ਹੀ ਹੈ ਨਹੀਂ ਤੇ ਜੋੜਨਾ ਕੀ ਆ? ਗੱਜ ਕੇ ਬੋਲੋ। ਪਹਿਲਾਂ ਦੀਵਾ ਬਣਾਉਣਾ ਪੈਣਾ, ਫਿਰ ਉਹ 'ਚ ਤੇਲ ਪਾਉਣਾ ਪੈਣਾ, ਫਿਰ ਬੱਟੀਆਂ ਪਾਉਣੀਆਂ ਪੈਣੀਆਂ, ਅੰਤਿਸ਼ਕਾਰ ਨੂੰ ਚਮੂਖੀਆ ਦੀਵਾ ਬਣਾਉਣਾ, ਕਰਨਾ ਮੈਤਰੀ ਮੋਤਾ ਅਪੇਖਿਆ ਦੀਆਂ ਬੱਟੀਆਂ ਪਾਉਣੀਆਂ, ਪ੍ਰੇਮ ਦਾ ਤੇਲ ਪਾਉਣਾ ਪੈਣਾ, ਗਿਆਨ ਦੀ ਤੀਲ ਲਾਉਣੀ ਪੈਣੀ ਹੈ, ਫਿਰ ਇਹ ਦੀਵਾ ਜਗਣਾ। ਘੱਟ ਦੀਪਕ ਰਹਿਆ ਸਮਾਈ। ਇਸ ਵਾਸਤੇ ਐਸਾ ਦੀਵਾ ਹੈ ਜੋ ਹਿਰਦੇ ਵਿੱਚ ਚਾਰੇ ਦੇਸ਼ਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਪਾ ਪਸ਼ੂ ਨ ਬੂਝੈ। ਇਹ ਪਸ਼ੂ ਬਿਰਤੀ ਧਾਰੀ ਹੋਈ ਹੈ, ਹੋਰ ਗੱਲਾਂ ਬੁੱਝਣ ਵਾਸਤੇ ਤਾਂ ਬਹੁਤ ਕੁਝ ਕਰ ਰਿਹਾ, ਜਿਹੜੀ ਆਪਣੀ ਆਤਮਾ ਇਹਨੂੰ ਬੁੱਝਣ ਵਾਸਤੇ ਕੋਈ ਪੜ੍ਹਾਈ ਨਹੀਂ ਕਰਦਾ ਹੈ। ਲਾਲਚ ਕਰੈ ਜੀਵਨ ਪਦ ਕਾਰਨ। ਜੀਣ ਵਾਸਤੇ ਬੜੇ ਲਾਲਚ ਕਰਦਾ ਆ, ਸੋਨੇ ਦੇ ਕੁਸ਼ਤੇ ਖਾਊਗਾ, ਕਸਤੂਰੀਆਂ ਖਾਊਗਾ, ਉਮਰ ਲੰਮੀ ਹੋ ਜਾਏ, ਹਾਂਜੀ, ਚੜ੍ਹਦੀ ਕਲਾ ਹੋ ਜਾਏ, ਇਸ ਵਾਸਤੇ ਕਹਿੰਦੇ ਲਾਲਚ ਕਰਿਆ ਜੀਵਨ ਪਦ ਕਾਰਨ, ਬਹੁਤਾ ਲੰਬਾ ਜੀਣ ਵਾਸਤੇ ਬੜੇ ਲਾਲਚ ਕਰਦਾ ਹੈ। ਲੋਚਨ ਕਛੂ ਨ ਸੂਝੈ। ਗਿਆਨ ਦੇ ਨੇਤਰ ਨਾ ਹੋਣ ਕਰਕੇ ਇਸ ਨੂੰ ਕੁਝ ਵੀ ਸੂਝਿਆ ਨਜ਼ਰ ਨਹੀਂ ਆਉਂਦਾ, ਕੁਝ ਵੀ ਸਮਝਦਾ ਨਹੀਂ ਹੈ। ਕਹਿਤ ਕਬੀਰ ਸੁਨਹੁ ਰੇ ਪ੍ਰਾਨੀ। ਕਬੀਰ ਸਾਹਿਬ ਕਹਿੰਦੇ ਇਹ ਪ੍ਰਾਣੀਓ, ਇਹ ਗੱਲ ਵਿਚਾਰ ਦੀ ਸੁਣ ਲੈਣਾ ਕਰੋ। ਛੋਡਹੁ ਮਨ ਕੀ ਭਰਮਾ। ਤੁਸੀਂ ਮਨ ਦੇ ਜਿਹੜੇ ਭਰਮ ਹੈ ਇਹਨਾਂ ਨੂੰ ਤਿਆਗ ਕੇ ਪਰਮੇਸ਼ਰ ਦੇ ਲੜ ਲੱਗ ਕੇ ਸਿਮਰਨ ਕਰਨ ਲੱਗ ਜਾਓ। ਕੇਵਲ ਨਾਮ ਜਪਹੁ ਰੇ ਪ੍ਰਾਨੀ। ਕੇਵਲ ਸ਼ੁੱਧ ਹੈ ਪ੍ਰਾਣੀ, ਪਰਮੇਸ਼ਰ ਦਾ ਨਾਮ ਜਪਣਾ ਕਰੋ। ਪਰਹੁ ਏਕ ਕੀ ਸਰਨਾ। ਐਵੇਂ ਕਦੀ ਉੱਥੇ ਭਟਕਣ ਦੀ ਕੀ ਲੋੜ ਹੈ? ਇੱਕੋ ਇੱਕ ਨਿਰੰਕਾਰ ਦੀ ਚਰਨ ਸ਼ਰਨ ਵਿੱਚ ਪੈ ਜਾਣਾ ਕਰੋ। ਇਹ ਕਬੀਰ ਸਾਹਿਬ ਜੀ ਨੇ ਆਪਣੀ ਪਰਮ ਪਵਿੱਤਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਜਿੰਨੀ ਮਰਜ਼ੀ ਵਿਚਾਰ ਕਰ ਲਓ, ਇੱਕ ਦਿਸ਼ਾ ਸੂਚਕ ਸੂਈ ਹੁੰਦੀ ਹੈ, ਹੁਣ ਧਰੂਮ ਵੱਲ ਹੀ ਰਹਿਣਾ। ਬਾਣੀ ਦਾ ਕੋਈ ਸ਼ਬਦ ਪੜ੍ਹ ਲਓ, ਇਸ਼ਾਰਾ ਉੱਥੇ ਹੀ ਹੋਣਾ। ਸੋਧ ਸੋਧ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛਟਕਾਰਾ। ਅਤੇ ਸਾਡੀ ਹਾਲਤ ਇਹ ਹੈ,
ਅਸੀਂ ਰੋਜ਼ ਸਾਰੀ ਉਮਰ ਇਹੀ ਪੁੱਛੀ ਜਾਣਾ ਵੀ ਨਾਮ ਕਿਹੜਾ ਜਪਿਆ ਕਰੀਏ। ਤੋ ਜੋ ਗੁਰੂ ਨਾਨਕ ਸਾਹਿਬ ਦੇ ਹੋਰ ਵੱਡਾ ਨਾਮ ਕਿਹੜਾ? ਕਿਉਂਕਿ ਮਸਤਾਨਾ ਹੁੰਦਾ ਸੀ, ਉਹਨੂੰ ਕਹਿੰਦਾ ਮਹਾਰਾਜ ਕਿਹੜਾ ਨਾਮ ਜਪਿਆ ਕਰੀਏ? ਉਹ ਕਹਿੰਦੇ ਰਾਮ ਰਾਮ ਕਰ ਲਿਆ ਕਰ। ਕਹਿੰਦੇ ਤੇ ਸਾਰੇ ਜਪਦੇ। ਉਹ ਮਸਤਾਨਾ ਕਹਿੰਦਾ ਜੇ ਸਾਰਿਆਂ ਦੇ ਜਪਣਾ ਝੂਠਾ ਹੋ ਗਿਆ ਫਿਰ ਨਾ ਕਰਿਆ ਕਰ। ਮਸਤਾਨਿਆਂ ਦੀਆਂ ਗੱਲਾਂ। ਕਹਿੰਦੇ ਜੇ ਝੂਠਾ ਹੋ ਗਿਆ ਨਾ ਤੇ ਨਾ ਜਪਿਆ ਕਰ। ਉਹ ਕਹਿੰਦੇ ਭਈ ਪਰਮੇਸ਼ਰ ਦਾ ਨਾਮ ਤੇ ਉਹੀ ਹੈ, ਗੱਲ ਕਮਾਈ ਦੀ ਹੈ। ਉਹਦੇ ਜਿੰਨੇ ਨਾਮ ਆ ਸਾਰੇ ਕਲਿਆਣਕਾਰੀ ਹੈ, ਪਰ ਲੋੜ ਕਮਾਈ ਦੀ। ਅਸੀਂ ਕਮਾਈ ਕਰਨੀ ਨਹੀਂ, ਬਸ ਸਾਰੀ ਉਮਰ ਇਹੀ ਪੁੱਛਣ ਦੱਸਣ 'ਚ ਲੱਗੇ ਰਹਿਣਾ। ਸ਼ੰਕੇ ਨਹੀਂ ਵੀ ਗੁਰੂ ਘਰ 'ਤੇ ਯਕੀਨ ਨਹੀਂ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਦੀ ਬਾਣੀ ਮੂਲ ਮੰਤਰ ਗੁਰਮੰਤਰ ਹੁਣ ਕਮੀ ਹੋ ਗਈ, ਫਿਰ ਉੱਧਰ ਚੱਲ ਜਾਂਦੇ। ਅਸੀਂ ਜੋ ਉੱਥੋਂ ਨਾਮਦਾਨ ਲੈ ਲਿਆ। ਜਿਹੜਾ ਅੱਗੇ ਅਸੀਂ ਧੰਨ ਧੰਨ ਬਾਬਾ ਆਇਆ ਸਿੰਘ ਕੋਲ ਇੱਕ ਬੇਦੀ ਬੀਬੀ ਆ ਗਈ, ਮਹਾਰਾਜ ਮੈਨੂੰ ਨਾਮ ਦੇ ਦਿਓ। ਕਹਿੰਦੇ ਅੱਗੇ ਵੀ ਲਿਆ ਸੀ। ਆਖੇ ਨਹੀਂ ਸੰਗਤ ਦੀਆਂ ਝੂਠ ਨਾ ਬੋਲੀ। ਫਿਰ ਮੰਨ ਗਈ। ਕਹਿੰਦੇ ਜੀ ਉਹ ਤਾਂ ਅਧੂਰਾ ਸੀ। ਕਹਿੰਦੇ ਅਧੂਰੀ ਤਾਂ ਤੂੰ ਆ ਜਿਹਨੇ ਕਮਾਈ ਨਹੀਂ ਕੀਤੀ। ਗੱਜ ਕੇ ਬੋਲੋ। ਪਰਮੇਸ਼ਰ ਦਾ ਨਾਮ ਥੋੜ੍ਹੀ ਅਧੂਰਾ, ਪਰਮੇਸ਼ਰ ਦਾ ਨਾਂ ਤਾਂ ਪੂਰਾ ਹੀ ਹੈ ਨਾ, ਉਹਦਾ ਅਧੂਰਾ ਹੈ ਨਹੀਂ। ਕਮਾਈ ਦੀ ਲੋੜ ਹੈ, ਕਮਾਈ ਕਰਨਾ ਬਰਕਤ ਮਿਲਦੀ ਹੈ। ਸੋ ਇਹ ਪਰਮ ਪਵਿੱਤਰ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਆਪ ਜੀ ਨੇ ਵਿਚਾਰ ਸ਼ਰਵਣ ਕੀਤੀ ਹੈ। ਅਤੇ ਰੰਧਾਵਾ ਸਾਹਿਬ ਜੀ ਨੇ ਕਿਹਾ ਸੀ ਵੀ ਹੋਰ ਟਾਈਮ ਲਈਏ। ਇਹ ਹੁਣ ਸੰਗਤ ਨੂੰ ਪੁੱਛ ਲਓ ਵੀ ਇਹਨੇ ਰੋਜ਼ ਕਥਾ ਸੁਣਨੀ ਹੈ। ਅੱਜ ਤਾਂ ਐਤਵਾਰ ਆ ਗਿਆ, ਇਹਨਾਂ ਨੂੰ ਪੁੱਛ ਲਓ ਸੁਣਨ ਵਾਲਿਆਂ ਨੂੰ ਵੀ ਜੇ ਤਾਂ ਵੀ ਤੁਸੀਂ ਐਵੇਂ ਕਿਵੇਂ ਆਉਣਾ, ਵੀ ਇਹਦਾ ਕਥਾ ਹੋਰ ਕਰ ਦਿਆਂਗੇ। ਵੀ ਜੇ ਤੇ ਕੱਲ੍ਹ ਨੂੰ ਇਉਂ ਹੀ ਹੋਵੇ ਵੀ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਕਿ ਕਣਕ ਕਮਾਦੀ ਸੰਘਣੀ ਡਾਂਗੋ ਡਾਂਗੋ ਬਾਹਰ ਜਾਈ ਦੀ ਬੁੱਕਲ ਮਾਰ ਕੇ ਵਿੱਚੋਂ ਲੰਘ ਜਾ। ਤੇ ਕੱਲ੍ਹ ਨੂੰ ਬਿਰਲੇ ਬਿਰਲੇ ਜਿਹੇ ਬੈਠੇ ਹੋਏ 5-10, ਫਿਰ ਤਾਂ ਗੱਲ ਬਣਨੀ ਨਹੀਂ। ਕਿਉਂ ਮਾਈਓ ਮਨਜ਼ੂਰ ਹੈ ਸੌਦਾ? ਦੇ ਲਓ। ਕਿਉਂਕਿ ਮੈਨੂੰ ਤਾਂ ਜਿੱਥੇ ਮਰਜ਼ੀ ਲੈ ਜਾਓ, ਮੈਂ ਇਹੀ ਕੰਮ ਕਰਨਾ। ਸਾਡੇ ਤਾਂ ਕੰਮ ਸਾਰੇ ਨਿਬੇੜਤੇ ਰੱਬ ਨੇ। ਇੱਕੋ ਹੀ ਧੰਦਾ ਰਹਿ ਗਿਆ ਸਾਡੇ ਕੋਲ, ਹੋਰ ਕੋਈ ਹੈ ਨਹੀਂ। ਕਿਸੇ ਗੁਰਦੁਆਰੇ ਲੈ ਜਾਓ ਇਹੀ ਬਚਨ ਹੋਣੇ ਆ। ਅਤੇ ਇੱਕ ਆ ਹੁਣ ਮੌਜ ਬੜੀ ਹੈ, ਆਹ ਨੈੱਟ ਨਾਲ ਇੱਕ ਥਾਂ ਕਰ ਦਿਓ ਸਾਰੇ ਪਹੁੰਚ ਜਾਂਦਾ ਕੰਮ। ਇਸ ਵਾਸਤੇ ਹੁਣ ਇਹ ਤੁਸੀਂ ਵਿਚਾਰ ਲਓ ਜੇ ਤਾਂ ਤੁਹਾਡਾ ਮਨ ਹੈ, ਕਿਉਂਕਿ ਬੜਾ ਗਹਿਰਾ ਅਤੇ ਐਸਾ ਵਿਸ਼ਾ ਹੁੰਦਾ ਕਿ ਸ਼ਰਧਾ ਭਗਤੀ ਦੇ ਉੱਤੇ ਸਾਰੀ ਗੱਲ ਖੜ੍ਹੀ ਹੈ। ਜੇ ਤਾਂ ਐਸਾ ਹੈ ਤੁਹਾਡਾ, ਫਿਰ ਹੋਰ 2 ਦਿਨ ਲਾ ਦਿਆਂਗੇ ਆਪਾਂ ਨੂੰ। ਉੱਥੇ ਕੀ ਹੈ, ਹਾਂਜੀ ਗਿਆਨੀ ਜੀ ਤਾਂ ਫਿਰ ਗਿਆਨੀਆਂ ਦੇ ਚੇਲੇ ਨਾ, ਟਕਸਾਲੀਆਂ ਦੇ, ਇਹਨਾਂ ਨੂੰ ਤਾਂ ਹੁੰਦਾ ਹੀ ਆ। ਇਸ ਕਰਕੇ ਫਿਰ ਇਹ ਆ ਵੀ ਬਾਕੀ ਸੰਗਤ ਰੋਜ਼ ਫਿਰ ਨਾ ਜਰਾ ਹੁਮ ਹਮਾ ਕੇ ਆਇਆ ਕਰੋ। ਬਾਕੀ ਠੀਕ ਆ, ਬਿਮਾਰੀ ਬਮੂਰੀ ਹੈਗੀ ਆ, ਅਤੇ ਨਾਮ ਜਪਣਾ ਕਥਾ ਸਤਸੰਗ ਸੁਣਨਾ ਨਾ, ਫਿਰ ਇਹ ਬਿਮਾਰੀ ਤੁਹਾਡੇ ਨੇੜੇ ਨਹੀਂ ਆਊਗੀ। ਕਿਉਂਕਿ ਸੁਣਿਆ ਦੁੱਖ ਪਾਪ ਕਾ ਨਾਸ, ਇਹ ਬਾਣੀ 'ਚ ਬੜੀ ਬਰਕਤ ਆ। ਮਹਾਰਾਜ ਗਏ ਸੀ ਨਾ ਕੋੜੇ ਕੋ ਦੀਪਾਲਪੁਰ, ਉਹ ਰੋਣ ਦੀ ਆਵਾਜ਼, ਕਹਿੰਦੇ ਮਰਦਾਨਾ ਜੀ ਦੇਖੋ, ਕਹਿੰਦੇ ਮਹਾਰਾਜ ਚੌਂਪੜੀ 'ਚ ਸਰੀਰ ਗਲਿਆ ਬੈਠਾ, ਬਾਹਰ ਚੱਲਿਆ। ਕਹਿੰਦੇ ਬੋ ਆਉਂਦੀ ਹੈ। ਕਹਿੰਦੇ ਬਈ ਜੇ ਆਪਾਂ ਨੂੰ ਬੋ ਆਊਗੀ ਤਾਂ ਰਾਜੀ ਕਿਵੇਂ ਕਰਾਂਗੇ? ਜੇ ਡਾਕਟਰ ਹੀ ਨਫ਼ਰਤ ਕਰਦਾ ਆਪਾਂ ਮਰੀਜ਼ ਤੋਂ, ਫਿਰ ਨਹੀਂ ਰਾਜੀ ਹੋਣੇ। ਚਲੇ ਗਏ। ਮਹਾਰਾਜ ਨੇ ਫਿਰ ਕਿਹਾ ਛੇੜ ਰਬਾਬ, ਸ਼ਬਦ ਪੜ੍ਹਿਆ ਜਿਉ ਤਪਤ ਹੈ ਬਾਰੋ ਵਾਰ। ਸ਼ਬਦ ਸੁਣਿਆ, ਕੋਟ ਕੱਢ ਸਾਰੇ ਲੜਾਤੇ ਮਹਾਰਾਜ ਨੇ, ਕਿਰਪਾ ਕਰਤੀ। ਇਸ ਕਰਕੇ ਅਸੀਂ ਤਾਂ ਕਹਿੰਦੇ ਹਾਂ ਤੁਹਾਡਾ ਕੋਵਿਡ ਕਾਵਿਡ ਸਾਰੀ ਦੁਨੀਆ 'ਚੋਂ ਨਿਕਲ ਜਾਏ। ਸਰਕਾਰਾਂ ਆਪਣੇ ਢੰਗ ਨਾਲ ਕਰਦੀਆਂ ਇਲਾਜ ਜਾਂ ਪਰਹੇਜ਼, ਹੈ ਤਾਂ ਇਹ ਵੀ ਗੱਲ ਚੰਗੀ। ਪਰ ਅੱਗੇ ਧਰਮੀ ਰਾਜੇ ਹੁੰਦੇ ਸੀ, ਉਹ ਬੜੇ ਬੜੇ ਯੱਗ ਕਰਦੇ ਸੀ, ਹਵਨ ਕਰਦੇ ਸੀ, ਜਪ ਜਗ ਤਪ ਜਗ ਗਿਆਨ ਜਗ। ਫਿਰ ਮਹਾਰਾਜ ਅੱਗੇ ਅਰਦਾਸ ਕਰਦੇ ਸੀ ਕਿ ਮੇਰੀ ਪ੍ਰਜਾ ਸੁਖੀ ਵਸੇ, ਆਰਾਮ ਹੋਵੇ। ਹੁਣ ਤੁਹਾਨੂੰ ਪਤਾ ਜਿਹੜੇ ਮਹਾਰਾਜ 8ਵੇਂ ਪਾਤਸ਼ਾਹ ਦਿੱਲੀ ਗਏ, ਹੈਜਾ ਪਿਆ ਸੀ ਨਾ ਡਾਕੀ, ਔਰੰਗਜ਼ੇਬ ਦੀ ਭੀਮ ਬੋਲੀ ਪਈ ਸੀ, ਦੱਬ ਦੱਬ ਆਉਂਦੇ ਸੀ ਮੁਰਦੇ, ਫਿਰ ਉਵੇਂ
ਕਬਰਾਂ ਨੂੰ ਜਗ੍ਹਾ ਨਾ ਲੱਗਦੀ, ਫੂਕਣ ਨੂੰ ਬਾਲਣ ਨਾ ਮਿਲਦਾ। ਫਿਰ ਰਾਜਾ ਜੈ ਸਿੰਘ ਦੁਆਰਾ ਮਹਾਰਾਜ ਨੂੰ ਬੇਨਤੀ ਕੀਤੀ ਨਾ, ਅਤੇ ਮਹਾਰਾਜ ਨੇ ਫਿਰ ਜਪਜੀ ਸਾਹਿਬ ਪੜ੍ਹ ਕੇ ਜਲ 'ਤੇ ਕੁੰਡ 'ਚ ਪਾ ਦਿੱਤਾ। ਆਹ ਛਕਾਈ ਚਲੋ, ਜਿਹੜਾ ਛਕੀ ਜਾਂਦਾ ਹੈ ਜਾਂ ਡਾਕੀ ਦੌੜੀ ਜਾਂਦੀ ਸੀ। ਅੱਜ ਵੀ ਮਹਾਰਾਜ ਸਾਖਿਆਤ ਹੈ, ਉਹਨਾਂ ਦੇ ਕੁੰਡਾਂ 'ਚੋਂ ਅੱਜ ਵੀ ਸੰਗਤ ਚਰਨਾਮਤ ਪੀਂਦੀ ਹੈ। ਬੰਗਲਾ ਸਾਹਿਬ ਮਹਾਰਾਜ ਤਾਂ ਹਰ ਵੇਲੇ ਹਾਜ਼ਰ ਹੈ। ਗੱਲ ਕਮਾਈ ਦੀ, ਸੁਲਤਾਨਪੁਰ ਇੱਕ ਲਾਲਾ ਸੀ, ਉਹਦੀ ਘਰ ਵਾਲੀ ਬਿਮਾਰ ਰਹੇ, ਸੰਗਤ ਤਾਂ ਆਇਆ ਨਾ ਸੀ। ਇੱਕ ਦਿਨ ਆਇਆ ਅਤੇ ਬੇਨਤੀ ਕਰਨ ਲੱਗਾ, ਮੈਂ ਕਿਹਾ ਜਿਹੜੇ ਕਥਾ ਹੋਵੇ ਨਾ ਜਲ ਰੱਖ ਦੇਈਂ ਗੜਵੀ 'ਚ ਅਤੇ ਲਾਲੀ ਨੂੰ ਪਿਲਾ ਦੇਈਂ। ਜਦੋਂ ਕਥਾ ਹੁੰਦੀ ਉਦੋਂ ਮਹਾਰਾਜ ਸਾਖਿਆਤ ਹਾਜ਼ਰੀ ਦਿੰਦੇ ਆ ਪ੍ਰਤੱਖ। ਵੈਸੇ ਤਾਂ ਮਹਾਰਾਜ ਸਦਾ ਹੀ ਹਾਜ਼ਰ ਹੈ, ਉਦੋਂ ਮਹਾਰਾਜ ਵੀ ਕਿਰਪਾ ਕਰਦੇ। ਹੁਣ ਜੀ ਲਾਲੀ ਨੂੰ ਜਲ ਪਿਲਾਤਾ, ਉਹਨੂੰ ਉਲਟੀ ਆਈ, ਉਹਦੇ ਅੰਦਰੋਂ ਐਡਾ ਸੁੰਡ ਨਿਕਲਿਆ, ਉਹ ਖੂਨ ਪੀ ਜਾਂਦਾ ਸੀ, ਉਹ ਨੌਬਰ ਨੌ। ਇਹਦੇ 'ਚ ਐਡੀ ਸ਼ਕਤੀ ਹੈ ਬਾਣੀ ਵਿੱਚ। ਇਸ ਕਰਕੇ ਗੁਰਮੁਖ ਪਿਆਰਿਓ, ਘਰਾਂ 'ਚ ਵੀ ਸਿਮਰਨ ਲਾਓ। ਸਤਸੰਗ 'ਚ ਤਾਂ ਆਪਾਂ ਕਰਦੇ ਹੀ ਹਾਂ। ਬਾਣੀ ਆ ਜਾਏਗੀ ਅਤੇ ਸਰਬ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਜੇ ਤੁਹਾਡਾ ਯਕੀਨ ਵੱਧ ਗਿਆ ਨਾ, ਅਮਰੀਕਾ ਦੇ ਗੋਰਿਆਂ ਨੇ ਵੀ ਇੱਥੇ ਆਉਣ ਲੱਗ ਪੈਣਾ, ਗੁਰੂ ਨਾਨਕ ਦੇ ਘਰੋਂ ਇਹਨੂੰ ਆਰਾਮ ਆਇਆ, ਸਾਨੂੰ ਵੀ ਆਰਾਮ ਆ ਜਾਏ। ਗੱਜ ਕੇ ਬੋਲੋ। ਤੁਸੀਂ ਤੰਦਰੁਸਤ ਹੋ ਗਏ। ਜੇ ਤੁਸੀਂ ਬਿਮਾਰ ਹੋ ਕੇ ਘੁੰਮਦੇ ਰਹੇ ਫੇਰ ਨਹੀਂ ਯਕੀਨ ਵੱਜਣਾ। ਜੇ ਤੁਸੀਂ ਗੁਰੂ ਨਾਨਕ ਦੇ ਘਰੋਂ ਤੰਦਰੁਸਤੀ ਲੈ ਲਈ, ਉਹ ਦੇਖਣਗੇ ਤੁਹਾਨੂੰ ਆਰਾਮ ਕਿੱਥੋਂ ਆਇਆ। ਫਿਰ ਪ੍ਰਚਾਰ ਹੁੰਦਾ ਨਾ ਡਾਕਟਰ ਦਾ, ਫਿਰ ਇਹਦਾ ਲਾਈਨਾਂ ਲੱਗ ਜਾਣੀਆਂ, ਲਾਈਨਾਂ। ਫਿਰ ਤਾਂ ਇਹ ਲੋਕ ਵੀ ਆਉਣਗੇ ਦੁਆ ਧਰਮਾਂ ਵਾਲੇ, ਫਿਰ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ ਆਪਾਂ ਵੀ ਚੱਲੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ, ਰਾਗੀ ਸਿੰਘ, ਗ੍ਰੰਥੀ ਸਿੰਘ, ਗਿਆਨੀ ਸਿੰਘ, ਸਾਰਿਆਂ ਦਾ ਸੇਵਾ ਕਰਨ ਵਾਲਿਆਂ ਦਾ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਖਾਲਸਾ ਪੰਥ ਵਿੱਚ ਏਕਤਾ, ਪਾਕ ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ